ਕਿਸਾਨ ਅਕੈਡਮੀ ਦੇ ਆਨਲਾਈਨ ਪਲੇਟਫਾਰਮ ਦੇ ਉੱਪਰ ਤੁਹਾਡਾ ਸਵਾਗਤ ਹੈ। ਅੱਜ ਦੀ ਕਲਾਸ ਦੇ ਵਿੱਚ ਬੇਟਾ ਅਸੀਂ ਇੰਗਲਿਸ਼ ਦੀ ਪੈਡਾਗੋਜੀ ਸਟਾਰਟ ਕਰਨ ਜਾ ਰਹੇ ਹਾਂ। ਜਿਵੇਂ ਕਿ ਤੁਹਾਨੂੰ ਪਤਾ ਕਿ ਜਿਹੜਾ ਤੁਹਾਡਾ ਪੇਪਰ ਹੈ ਉਹਦੇ ਚ 15 ਮਾਰਕਸ ਦੀ ਜਿਹੜੀ ਹੈਗੀ ਆ ਪੈਡਾਗੋਜੀ ਮਿਲ ਸਕਦੀ ਹੁੰਦੀ ਹੈ ਹਨਾ। ਨੀਅਰ ਅਬਾਊਟ ਇੰਨੇ ਇੱਕ ਨੰਬਰ ਜਿਹੜੇ ਹੈਗੇ ਨੇ ਉਹਨਾਂ ਦੀ ਪੈਡਾਗੋਜੀ ਤੁਹਾਨੂੰ ਮਿਲੇਗੀ। ਬਟ ਬੇਟਾ ਪੈਡਾਗੋਜੀ ਦੇ ਨਾਲ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਅਗਰ ਤੁਸੀਂ ਸੀਡੀਪੀ ਕਰ ਰਹੇ ਹੋ ਮੇਰੇ ਨਾਲ ਹਨਾ, ਤਾਂ ਉਹਦੇ ਚ ਤੁਹਾਨੂੰ ਸੀਡੀਪੀ ਦੇ ਸਾਰੇ ਟੌਪਿਕ ਅੱਛੀ ਤਰ੍ਹਾਂ ਕਲੀਅਰ ਕਰਨੇ ਪੈਣਗੇ, ਕਿਉਂਕਿ ਜਿੰਨੇ ਉਹ ਪੈਡਾਗੋਜੀ ਦੇ ਅੰਡਰ ਤੁਹਾਨੂੰ ਟੌਪਿਕ ਦਿੰਦੇ ਨੇ ਉਹਨਾਂ ਦੀ ਬਜਾਏ, ਕਿਉਂਕਿ ਟੌਪਿਕ ਅਸੀਂ ਕੋਰਿਲੇਟ ਕਰਦੇ ਆ ਸਾਰੇ ਹਨਾ, ਇੰਟਰ ਸਬਜੈਕਟਿਵਿਟੀਜ਼ ਦੇ ਨਾਲ ਤੁਹਾਡੇ ਜਿਹੜੇ ਹੈਗੇ ਆ ਸਾਰੇ ਸਬਜੈਕਟ ਚੱਲਦੇ ਆ। ਤਾਂ ਸੀਡੀਪੀ ਜੇ ਤੁਸੀਂ ਧਿਆਨ ਨਾਲ ਕਰ ਲੈਣਾ ਤਾਂ ਤੁਸੀਂ ਕਾਫੀ ਹੱਦ ਤੱਕ ਹਰ ਸਬਜੈਕਟ ਦੀ ਪੈਡਾਗੋਜੀ ਨੂੰ ਕਲੀਅਰ ਕਰ ਲੈਣੇ ਹੋ, ਕਿਉਂਕਿ ਕੁਐਸਚਨ ਅਗਰ ਤੁਸੀਂ ਸੀਡੀਪੀ ਅੱਛੀ ਤਰ੍ਹਾਂ ਕੀਤੀ ਹੋਈ ਆ ਤਾਂ ਇਹ ਪੈਡਾਗੋਜੀ ਦੇ ਕੁਐਸਚਨ ਤੁਹਾਡੇ ਆਪਣੇ ਆਪ ਹੀ ਕਲੀਅਰ ਹੋ ਜਾਂਦੇ ਆ। ਠੀਕ ਹੈ, ਜਿਵੇਂ ਤੁਸੀਂ ਪ੍ਰੀਵੀਅਸ ਈਅਰ ਪੇਪਰ ਦੇਖੋਗੇ ਤਾਂ ਸਭ ਤੁਹਾਨੂੰ ਇਹ ਕਲੀਅਰ ਹੋ ਜਾਊਗਾ ਕਿ ਸੀਡੀਪੀ ਦੇ ਵਿੱਚੋਂ ਹੀ ਮਿਲਦੇ ਜੁਲਦੇ ਜਿਹੜੇ ਕੁਐਸਚਨ ਹੈਗੇ ਨੇ ਉਸੇ ਨਾਲ ਉਸੇ ਥਿੰਕਿੰਗ ਦੇ ਨਾਲ ਤੁਸੀਂ ਸਾਰੇ ਕੁਐਸਚਨ ਕਰਨੇ ਨੇ ਹਨਾ। ਇਸ ਤੋਂ ਬਿਨਾਂ ਬੇਟਾ ਜਿਵੇਂ ਤੁਹਾਨੂੰ ਪਤਾ ਕਿ ਮੈਂ ਆਲਰੇਡੀ ਜਿਹੜੇ ਸਬਜੈਕਟ ਇੰਗਲਿਸ਼ ਪੈਡਾਗੋਜੀ ਦੇ ਵਿੱਚ ਤੁਹਾਨੂੰ ਟੌਪਿਕ ਮੈਂਸ਼ਨ ਕੀਤੇ ਹੋਏ ਨੇ ਔਰ ਆਲਮੋਸਟ ਕਰਵਾ ਦਿੱਤੇ ਆ, ਤੇ ਕੁਝ ਐਕਸਟਰਾ ਜਿਹੜੇ ਇੰਪੋਰਟੈਂਟ ਸੀ ਉਹ ਵੀ ਮੇਰੇ ਵੱਲੋਂ ਤੁਹਾਨੂੰ ਕਰਵਾ ਦਿੱਤੇ ਗਏ ਆ। ਤਾਂ ਹੁਣ ਅਸੀਂ ਜਿਹੜੀ ਹੈਗੀ ਆ ਐਮਸੀਕਿਊ ਪ੍ਰੈਕਟਿਸ ਸਟਾਰਟ ਕਰਨ ਜਾ ਰਹੇ ਹਾਂ। ਤਾਂ ਆਪਾਂ ਸਟਾਰਟ ਕਰਦੇ ਹਾਂ ਜੀ। ਜਿਹੜੀ ਸਾਡੀ ਅੱਜ ਦੀ ਕਲਾਸ ਹੈਗੀ ਆ ਫਰਸਟ ਕਲਾਸ ਆ। ਇਸੇ ਤਰੀਕੇ ਨਾਲ ਤੁਹਾਡੀਆਂ ਡੇਜ਼ ਦੇ ਉੱਪਰ ਜਿਵੇਂ ਵੀ ਮੈਂਸ਼ਨ ਕਰਨਗੇ ਸਰ ਹਨਾ, ਜਿਵੇਂ ਵੀ ਅਪਲੋਡ ਕਰਨਗੇ ਤੁਹਾਨੂੰ ਕਲਾਸਿਸ ਮਿਲਦੀਆਂ ਰਹਿਣਗੀਆਂ। ਠੀਕ ਹੈ, ਤਾਂ ਕਲਾਸਿਸ ਦੇ ਉੱਪਰ ਸੀਰੀਜ਼ 1 2 3 ਇਸ ਕਰਕੇ ਲਿਖਿਆ ਹੋਊਗਾ। ਤੁਸੀਂ 1 ਬਾय 1 ਜਿਹੜੀਆਂ ਸੀਰੀਜ਼ ਹੈਗੀਆਂ ਦੇਖਦੇ ਚੱਲਿਓ। ਠੀਕ ਹੈ, ਇਹ 'ਚੋਂ ਕਾਫੀ ਕੁਐਸਚਨ ਕਾਫੀ ਚੀਜ਼ਾਂ ਜਿਹੜੀਆਂ ਹੈਗੀਆਂ ਤੁਹਾਡੀਆਂ ਕਲੀਅਰ ਹੋ ਜਾਣਗੀਆਂ। ਅਗਰ ਤੁਸੀਂ ਥਿਊਰੀ ਕਲਾਸਿਸ ਲੈਣਾ ਚਾਹੁੰਦੇ ਹੋ ਤਾਂ ਤੁਸੀਂ 9988000121 ਦੇ ਉੱਪਰ ਕਾਲ ਕਰ ਸਕਦੇ ਹੋ ਜਾਂ WhatsApp ਕਰਕੇ ਕੋਰਸ ਦੀ ਇਨਫੋਰਮੇਸ਼ਨ ਲੈ ਸਕਦੇ ਹੋ। ਤਾਂ ਮੈਂ ਸਟਾਰਟ ਕਰਦੀ ਹਾਂ ਜੀ। ਸਾਡਾ ਪਹਿਲਾ ਕੁਐਸਚਨ, ਇਨ ਦਾ ਮਲਟੀਲਿੰਗੁਅਲ ਕਲਾਸਰੂਮ ਲਰਨਰਸ ਕੈਨ ਇੰਟਰੈਕਟ। ਠੀਕ ਹੈ, ਪਹਿਲਾਂ ਤਾਂ ਬੇਟਾ ਅਗਰ ਤੁਸੀਂ ਪੰਜਾਬੀ ਮੀਡੀਅਮ ਵਾਲੇ ਬੱਚੇ ਹੋ, ਥੋੜਾ ਜਿਹਾ ਇੰਗਲਿਸ਼ ਦੇ ਵਿੱਚ ਪ੍ਰੋਬਲਮ ਆਉਂਦੀ ਆ ਪੜਨ ਦੇ ਵਿੱਚ, ਤਾਂ ਪੂਰੀ ਲਾਈਨ ਨੂੰ ਤੋੜ ਕੇ ਉਹਦਾ ਮਤਲਬ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਪੰਜਾਬੀ ਦੇ ਵਿੱਚ। ਠੀਕ ਹੈ, ਦਿਮਾਗ ਦੇ ਵਿੱਚ ਹੀ ਆਪਣੀ ਪ੍ਰਾਈਵੇਟ ਸਪੀਚ ਇਨਰ ਸਪੀਚ ਜਿਹੜੀ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਵਾਈਗੋਸਕੀ ਦੇ ਅਕੋਰਡਿੰਗ ਲਾਇਆ ਕਰੋ ਹਨਾ, ਤੇ ਆਪਣੇ ਦਿਮਾਗ ਦੇ ਵਿੱਚ ਉਹਨੂੰ ਟ੍ਰਾਂਸਲੇਟ ਕਰ ਲਿਆ ਕਰੋ ਨਾ। ਇਨ ਦਾ ਮਲਟੀਲਿੰਗੁਅਲ ਕਲਾਸਰੂਮ, ਮਲਟੀਲਿੰਗੁਅਲ ਮਤਲਬ ਕੀ ਹੁੰਦਾ, ਉਹ ਵਾਲਾ ਕਲਾਸਰੂਮ ਜਿੱਥੇ ਬਹੁਤ ਸਾਰੀਆਂ ਭਾਸ਼ਾਵਾਂ ਯੂਜ਼ ਕੀਤੀਆਂ ਜਾਂਦੀਆਂ ਹੋਣ ਹਨਾ। ਸਾਡਾ ਕਲਾਸਰੂਮ ਇਸੇ ਤਰੀਕੇ ਨਾਲ ਹੀ ਹੁੰਦਾ। ਦੇਖੋ ਕਈ ਬੱਚੇ ਜਿਹੜੇ ਹੈਗੇ ਨੇ ਉਹ ਕਿਸੇ ਹੋਰ ਸਟੇਟ ਤੋਂ ਆਏ ਵੀ ਹੋ ਸਕਦੇ, ਇੱਕ ਦੋ ਬੱਚੇ ਹਨਾ, ਤਾਂ ਉਹਨਾਂ ਦੀ ਭਾਸ਼ਾ ਹੋ ਸਕਦਾ ਕੋਈ ਹੋਰ ਹੋਵੇ ਹਨਾ। ਕਈ ਜਿਹੜੇ ਹੈਗੇ ਨੇ ਲੋਕਲ ਸਟੇਟਸ ਦੇ ਬੱਚੇ ਹੋਣਗੇ, ਹੋ ਸਕਦਾ ਕੋਈ ਕੇਰਲ ਦੇ ਬੱਚੇ ਹੋਣ, ਹੋ ਸਕਦਾ ਕੋਈ ਮਤਲਬ ਅਲੱਗ-ਅਲੱਗ ਹਨਾ, ਅਲੱਗ-ਅਲੱਗ ਜਗ੍ਹਾ ਤੋਂ ਆਏ ਹੋਣ, ਹੋ ਸਕਦਾ ਕੋਈ ਫੋਰਨਰ ਬੱਚੇ ਵੀ ਤੁਹਾਡੇ ਨਾਲ ਕਲਾਸ ਦੇ ਵਿੱਚ ਹੋਣ ਹਨਾ। ਬਹੁਤ ਸਾਰੀ ਸਿਚੁਏਸ਼ਨ ਹੋ ਸਕਦੀ ਹੈ। ਤਾਂ ਮਲਟੀਲਿੰਗੁਅਲ ਕਲਾਸਰੂਮ ਆ ਜਿੱਥੇ ਮਤਲਬ ਇੱਕ ਹੀ ਭਾਸ਼ਾ ਨਾ ਵਰਤੀ ਜਾਂਦੀ ਹੋਵੇ, ਜਿੱਥੇ ਜਿਹੜੀਆਂ ਹੈਗੀਆਂ ਮਲਟੀ ਲੈਂਗੁਏਜ ਵਾਲੇ ਬੱਚੇ, ਬਹੁਤ ਸਾਰੀਆਂ ਭਾਸ਼ਾਵਾਂ ਵਾਲੇ ਬੱਚੇ ਪੜ੍ਹਦੇ ਹੋਣ। ਤਾਂ ਉਸ ਕਲਾਸ ਦੇ ਵਿੱਚ ਕਹਿੰਦੇ ਤੁਸੀਂ ਕਿਵੇਂ ਇੰਟਰੈਕਟ ਕਰੋਗੇ। ਹੋ ਸਕਦਾ ਤੁਸੀਂ ਸਕੂਲ ਦੇ ਵਿੱਚ ਇੰਗਲਿਸ਼ ਮੀਡੀਅਮ ਵਾਲੇ ਟੀਚਰ ਹੋ, ਇੰਗਲਿਸ਼ ਦੇ ਵਿੱਚ ਤੁਸੀਂ ਪੜਾਉਣਾ, ਪਰ ਅੱਗੋਂ ਬੱਚੇ ਨੂੰ ਤਾਂ ਇੰਗਲਿਸ਼ ਆਉਂਦੀ ਨਹੀਂ ਆ, ਜਾਂ ਫਿਰ ਬੱਚੇ ਨੂੰ ਤਾਂ ਲੋਕਲ ਲੈਂਗੁਏਜ ਵੀ ਨਹੀਂ ਆਉਂਦੀ, ਪੰਜਾਬੀ ਵੀ ਨਹੀਂ ਆਉਂਦੀ, ਉਹ ਤਾਂ ਕੇਰਲ ਤੋਂ ਆਇਆ ਹੋਇਆ, ਹੋ ਸਕਦਾ ਉਹਨੂੰ ਮਲਿਆਲਮ ਆਉਂਦੀ ਹੋਵੇ ਹਨਾ। ਫਿਰ ਜਿਹੜੀਆਂ ਇਸ ਤਰ੍ਹਾਂ ਦੀਆਂ ਕਲਾਸਿਸ ਨੇ ਉਹਨਾਂ ਦੇ ਵਿੱਚ ਤੁਸੀਂ ਕਿਵੇਂ ਇੰਟਰੈਕਟ ਕਰਨਾ ਹਨਾ, ਇੱਥੇ ਇਹ ਮਤਲਬ ਪੁੱਛਿਆ ਗਿਆ। ਇੰਟਰੈਕਟ ਮਤਲਬ ਹੁੰਦਾ ਗੱਲਬਾਤ ਕਿਵੇਂ ਕਰਨੀ ਹੈ। ਕਹਿੰਦੇ ਇਨ ਦਾ ਮੀਡੀਅਮ ਆਫ ਇੰਸਟਰਕਸ਼ਨ ਫੋਲੋਡ ਬਾਈ ਦਾ ਸਕੂਲ, ਕਹਿੰਦੇ ਉਸੇ ਮੀਡੀਅਮ ਦੇ ਵਿੱਚ ਗੱਲ ਕਰੋ ਜਿਹੜੀਆਂ ਸਕੂਲ ਨੇ, ਜਿਹੜਾ ਸਕੂਲ ਦਾ ਮੀਡੀਅਮ ਹੈਗਾ। ਠੀਕ ਹੈ, ਜਿਹੜਾ ਸਕੂਲ ਨੇ ਅਡਾਪਟ ਕੀਤਾ ਹੋਇਆ ਮੀਡੀਅਮ ਆ ਇੰਸਟਰਕਸ਼ਨ ਦੇਣ ਲਈ, ਪੈਡਾਗੋਜੀ ਦੇ ਲਈ, ਮਤਲਬ ਪੜਾਉਣ ਦੇ ਲਈ ਨਹੀਂ। ਠੀਕ ਹੈ, ਕਿਉਂਕਿ ਬੇਟਾ ਤੁਸੀਂ ਪੜ੍ਹਾ ਵੀ ਦਿੱਤਾ, ਇੰਗਲਿਸ਼ ਮੀਡੀਅਮ ਹੀ ਹੁੰਦਾ ਸਕੂਲਾਂ ਦਾ, ਤੁਸੀਂ ਇੰਗਲਿਸ਼ ਦੇ ਵਿੱਚ ਪੜ੍ਹਾ ਵੀ ਆਏ, ਬੱਚੇ ਨੂੰ ਸਮਝ ਨਹੀਂ ਆਇਆ, ਉੱਪਰੋਂ ਲੰਘ ਗਿਆ, ਉਹਦਾ ਕੋਈ ਫਾਇਦਾ ਨਹੀਂ। ਠੀਕ ਹੈ, ਇਨ ਦੇਅਰ own language and can be mixed of word from one language। ਠੀਕ ਹੈ, more than one language। ਤਾਂ ਕਹਿੰਦੇ ਜਿਹੜੇ ਮਲਟੀਲਿੰਗੁਅਲ ਕਲਾਸਰੂਮ ਆ ਉਹਦੇ ਚ ਲਰਨਰ ਫਿਰ ਕਿਵੇਂ ਇੰਟਰੈਕਟ ਕਰਨਗੇ, ਜਾਂ ਤੁਸੀਂ ਐਜ਼ ਅ ਟੀਚਰ ਕਿਵੇਂ ਇੰਟਰੈਕਟ ਕਰੋਗੇ, ਜਾਂ ਫਿਰ ਜਿਹੜੇ ਲਰਨਰ ਹੈਗੇ ਆ ਉਹ ਆਪਸ ਵਿੱਚ ਕਿਵੇਂ ਇੰਟਰੈਕਟ ਕਰਨਗੇ, ਜਾਂ ਫਿਰ ਟੀਚਰ ਲਰਨਰ ਕਿਵੇਂ ਇੰਟਰੈਕਟ ਕਰੂਗਾ। ਸਾਰੀ ਸਿਚੁਏਸ਼ਨ ਹੋ ਸਕਦੀ ਆ। ਤਾਂ ਉਹਦੇ ਚ ਬੇਟਾ ਅਗਰ ਲਰਨਰ ਜਿਹੜੇ ਹੈਗੇ ਉਹ ਇੰਟਰੈਕਟ ਕਰਨਗੇ ਤਾਂ ਉਹ ਕਿਵੇਂ ਕਰਨਗੇ, ਆਪਣੀ ਭਾਸ਼ਾ ਦੇ ਵਿੱਚ ਹਨਾ। ਮੰਨ ਲਓ ਕੋਈ ਕੇਰਲ ਦਾ ਬੱਚਾ ਵੀ ਹੈਗਾ, ਤੂੰ ਆਪਣੀ ਭਾਸ਼ਾ ਦੇ ਵਿੱਚ ਟੁੱਟੀ ਫੁੱਟੀ ਕਿਸੇ ਵੀ ਭਾਸ਼ਾ ਦੇ ਵਿੱਚ ਜਿਵੇਂ ਵੀ ਇੰਟਰੈਕਟ ਕਰਨਾ ਚਾਹੁੰਦਾ, ਜਾਂ ਥੋੜੀ ਬਹੁਤ ਇਹਨੂੰ ਹਿੰਦੀ ਆਉਂਦੀ ਹੈ ਤਾਂ ਹਿੰਦੀ ਦੇ ਵਿੱਚ ਹਨਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰੂਗਾ। ਤੇ ਇਸ ਤੋਂ ਬਿਨਾਂ ਜਿਹੜੀਆਂ ਬਾਕੀ ਭਾਸ਼ਾਵਾਂ ਹੈਗੀਆਂ, ਜਿਨ੍ਹਾਂ ਦੀ ਵੀ ਉਹਨੂੰ ਨੌਲੇਜ ਹੈਗੀ ਆ, ਲਾਈਕ ਜੇ ਉਹ ਕੇਰਲ ਦਾ ਹੈਗਾ ਉਹਨੂੰ ਮਲਿਆਲਮ ਆਉਂਦੀ ਆ, ਤਾਂ ਹੋ ਸਕਦਾ ਉਹਨੂੰ ਹਿੰਦੀ ਵੀ ਥੋੜੀ ਬਹੁਤ ਆਉਂਦੀ ਹੋਵੇ, ਹੋ ਸਕਦਾ ਕੁਝ ਅੱਖਰ ਜਿਹੜੇ ਹੈਗੇ ਇੰਗਲਿਸ਼ ਦੇ ਵੀ ਆਉਂਦੇ ਹੋਣ। ਤੇ ਇਸ ਕੇਸ ਦੇ ਵਿੱਚ ਉਹ ਜਿਹੜਾ ਹੈਗਾ ਸਾਰੀਆਂ ਭਾਸ਼ਾਵਾਂ ਨੂੰ ਮਿਕਸ ਕਰਕੇ ਬੋਲੂਗਾ, ਇੰਟਰੈਕਟ ਕਰੂਗਾ। ਠੀਕ ਹੈ ਜੀ, ਤਾਂ ਇਹੀ ਸਾਡਾ ਆਂਸਰ ਬਣਦਾ। ਓਨਲੀ ਇਨ ਦਾ ਲੈਂਗੁਏਜ ਪ੍ਰਿਸਕ੍ਰਾਈਬਡ ਇਨ ਥ੍ਰੀ ਲਿੰਗੁਅਲ ਫਾਰਮੂਲਾ, ਨਹੀਂ, ਥ੍ਰੀ ਲਿੰਗੁਅਲ ਫਾਰਮੂਲਾ ਦੇ ਵਿੱਚ ਬੇਟਾ ਜੀ ਤੁਹਾਡੀ
ਇੱਕ ਲੋਕਲ ਲੈਂਗੁਏਜ ਹੁੰਦੀ ਆ, ਇੱਕ ਇੰਗਲਿਸ਼ ਹੁੰਦੀ ਆ ਤੇ ਇੱਕ ਹਿੰਦੀ ਹੁੰਦੀ ਆ, ਹਨਾ। ਤਾਂ ਹੋ ਸਕਦਾ ਕਿ ਉਹਨੂੰ ਇਹ ਜਿਹੜੀਆਂ ਹੈਗੀਆਂ ਪ੍ਰੋਪਰ ਭਾਸ਼ਾਵਾਂ ਦੀ ਸਮਝ ਨਾ ਹੋਵੇ, ਹਨਾ। ਤਾਂ ਉਸ ਕੇਸ ਦੇ ਵਿੱਚ ਜ਼ਰੂਰੀ ਨਹੀਂ ਆ ਕਿ ਇਹਨਾਂ ਤਿੰਨਾਂ ਲੈਂਗੁਏਜ ਦੇ ਉੱਪਰ ਹੀ ਸਟਕ ਕਰੀ ਰੱਖਣਾ। ਜਿਹੜੀ ਲੈਂਗੁਏਜ ਦੇ ਵਿੱਚ ਬੱਚਾ ਕੰਫਰਟੇਬਲ ਆ ਉਹਦੇ ਚੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰੇ, ਫਿਰ ਹੌਲੀ ਹੌਲੀ ਮੋਲਡ ਕਰਕੇ ਤੁਸੀਂ ਉਹਨੂੰ ਉਸ ਭਾਸ਼ਾ ਦੇ ਵਿੱਚ ਲਿਜਾ ਸਕਦੇ ਹੋ ਜਿਹੜੀ ਉਸ ਲੋਕਲ ਏਰੀਏ ਦੀ ਆ, ਜਾਂ ਜੋ ਸਕੂਲ ਜਾਂ ਜਿਸ ਮੀਡੀਅਮ ਵਿੱਚ ਤੁਸੀਂ ਉਹਨੂੰ ਪੜਾਉਣਾ ਚਾਹੁੰਦੇ ਹੋ। ਇਨ ਦਾ ਲੈਂਗੁਏਜ ਵਿੱਚ ਵਿਦ ਵਿਚ ਦਾ ਟੀਚਰ ਇਜ਼ ਫੈਮਲੀਅਰ, ਕਹਿੰਦੇ ਸਿਰਫ ਉਸ ਲੈਂਗੁਏਜ ਦੇ ਵਿੱਚ ਜਿਹਦੇ ਚ ਜੋ ਲੈਂਗੁਏਜ ਟੀਚਰ ਨੂੰ ਆਉਂਦੀ ਆ, ਨਹੀਂ। ਠੀਕ ਹੈ, ਟੀਚਰ ਨੂੰ ਇੰਪੋਰਟੈਂਟ ਨਹੀਂ ਆ, ਟੀਚਰ ਸੈਂਟਰ ਦੇ ਵਿੱਚ ਨਹੀਂ ਆ, ਸਾਡੇ ਲਈ ਲਰਨਰ ਸੈਂਟਰ ਦੇ ਵਿੱਚ ਆ, ਸਾਡੇ ਲਈ ਬੱਚਾ ਸੈਂਟਰ ਦੇ ਵਿੱਚ ਆ। ਤਾਂ ਜਿਹੜੀ ਭਾਸ਼ਾ ਬੱਚੇ ਨੂੰ ਆਉਂਦੀ ਆ ਉਹ ਇੱਥੇ ਇੰਪੋਰਟੈਂਟ ਰਹੂਗੀ, ਬੱਚਾ ਇੰਟਰੈਕਟ ਵੀ ਉਸੇ ਭਾਸ਼ਾ ਦੇ ਰਾਹੀਂ ਹੀ ਕਰੂਗਾ। ਠੀਕ ਹੈ ਜੀ। ਅੰਡਰ ਵਿਚ ਐਕਟ ਡੈਡ ਇੰਗਲਿਸ਼ get the status of associate official language। ਬੇਟਾ ਫਰਸਟ ਹੀ ਲੈਕਚਰ ਹੋਇਆ ਸੀ ਮੇਰਾ ਤੁਹਾਡੇ ਨਾਲ ਲੈਂਗੁਏਜ ਨੂੰ ਲੈ ਕੇ, ਤੇ ਉਹਦੇ ਚ ਮੈਂ ਤੁਹਾਨੂੰ ਅੱਛੀ ਤਰ੍ਹਾਂ ਇਹ ਸਾਰਾ ਕਨਸੈਪਟ ਕਲੀਅਰ ਕਰਵਾਇਆ ਹੋਇਆ ਸੀ, ਹਨਾ, ਕਿ ਇੰਗਲਿਸ਼ ਜਿਹੜੀ ਹੈਗੀ ਉਹ ਕਿਵੇਂ ਐਸੋਸੀਏਟ ਲੈਂਗੁਏਜ ਦਾ ਸਟੇਟਸ ਹਾਸਲ ਕੀਤਾ। ਇਹ ਕੁਐਸਚਨ ਪੇਪਰ ਦੇ ਵਿੱਚ ਆ ਵੀ ਚੁੱਕਿਆ ਕਿ ਇੰਗਲਿਸ਼ ਦਾ ਸਟੇਟਸ ਕੀ ਆ, ਤੇ ਇੰਗਲਿਸ਼ ਦਾ ਸਟੇਟਸ ਭਾਰਤ ਦੇ ਵਿੱਚ ਕੀ ਹੈਗਾ ਜੀ, ਐਸੋਸੀਏਟ ਅਫੀਸ਼ੀਅਲ ਲੈਂਗੁਏਜ ਦਾ ਸਟੇਟਸ ਆ। ਦੇਖੋ ਬੇਟਾ ਜੀ, ਸਾਡਾ ਜਿਹੜਾ ਸੰਵਿਧਾਨ ਹੈਗਾ ਉਹਦਾ 17ਵਾਂ ਭਾਗ, ਕਿ ਤੁਹਾਨੂੰ ਪਤਾ ਕਿ 25 ਪਾਰਟਸ ਨੇ ਸਾਡੇ ਸੰਵਿਧਾਨ ਦੇ ਕਨਸਟੀਟਿਊਸ਼ਨ ਦੇ, ਤਾਂ ਜਿਹੜਾ 17th ਪਾਰਟ ਹੈਗਾ ਤੇ ਆਰਟੀਕਲ, ਠੀਕ ਹੈ, ਅਨੁਛੇਦ, ਆਰਟੀਕਲ ਕਿਹੜਾ ਜੀ, 343 ਟੂ 351, ਇਹ ਸਾਰੇ ਜਿਹੜੇ ਹੈਗੇ ਨੇ ਲੈਂਗੁਏजेस ਦੇ ਨਾਲ ਰਿਲੇਟਡ ਆਰਟੀਕਲ ਨੇ। ਉਹਦੇ ਚੋਂ ਬੇਟਾ ਜੀ ਜਿਹੜਾ ਆਰਟੀਕਲ 343 ਹੈਗਾ, ਇਹ ਹਿੰਦੀ ਭਾਸ਼ਾ ਨੂੰ, ਹਨਾ, ਹਿੰਦੀ ਜਿਹੜੀ ਲੈਂਗੁਏਜ ਹੈਗੀ ਆ ਉਹਨੂੰ ਭਾਰਤ ਦੇ ਵਿੱਚ ਅਫੀਸ਼ੀਅਲ ਲੈਂਗੁਏਜ ਦਾ ਦਰਜਾ ਦਿੰਦਾ। ਠੀਕ ਹੈ, ਅਫੀਸ਼ੀਅਲ ਲੈਂਗੁਏਜ ਦਾ ਦਰਜਾ ਦਿੰਦਾ, ਤੇ ਇਹਦੇ ਬਿਹਾਫ ਦੇ ਉੱਪਰ ਹੀ ਬੇਟਾ ਜੀ ਜਿਹੜਾ 343 ਆਰਟੀਕਲ ਹੀ ਹੈਗਾ ਉਹ ਬੇਟਾ ਜੀ ਇੰਗਲਿਸ਼ ਨੂੰ ਕਿਹਦਾ ਦਰਜਾ ਦਿੰਦਾ ਹੈਗਾ, ਐਸੋਸੀਏਟ ਅਫੀਸ਼ੀਅਲ ਲੈਂਗੁਏਜ ਦਾ। ਠੀਕ ਹੈ, ਐਸੋਸੀਏਟ ਅਫੀਸ਼ੀਅਲ ਲੈਂਗੁਏਜ ਦਾ ਦਰਜਾ ਦਿੰਦਾ ਆਰਟੀਕਲ 343। ਇੱਥੇ ਹੁਣ ਸਾਡੇ ਕੋਲ ਆਪਸ਼ਨ ਹੈਗਾ, ਤੁਹਾਨੂੰ ਇਹ ਸਭ ਨੂੰ ਕਲੀਅਰ ਸੀਗਾ ਕਿ 343 ਉਹ ਜੇ ਤੁਸੀਂ ਗਏ ਕਿ ਐਸੋਸੀਏਟ ਅਫੀਸ਼ੀਅਲ ਲੈਂਗੁਏਜ ਦਾ ਅਫੀਸ਼ੀਅਲ ਲੈਂਗੁਏਜ ਐਕਟ। ਬੇਟਾ ਦੇਖੋ, ਅਫੀਸ਼ੀਅਲ ਲੈਂਗੁਏਜ ਐਕਟ ਆ ਜਿਹੜਾ ਕਿ ਆਪਾਂ ਇਹ ਕਹਿ ਸਕਦੇ ਹਾਂ ਕਿ 1963 ਦੇ ਆਸ-ਪਾਸ ਹੈ ਨਾ, 1963 ਦੇ ਵਿੱਚ ਆਇਆ, ਫਿਰ 65 ਤੱਕ ਇਹਨੂੰ ਜਿਹੜਾ ਹੈਗਾ ਕੁਝ ਇੰਗਲਿਸ਼ ਨੂੰ ਐਡ ਕਰਨ ਤੇ ਇਸ ਤਰੀਕੇ ਨਾਲ ਜਦੋਂ ਸਾਡਾ ਸੰਵਿਧਾਨ ਲਾਗੂ ਹੋਇਆ ਉਸ ਤੋਂ 15 ਸਾਲ ਤੱਕ, ਯਾਨੀ ਕਿ 1950 ਦੇ ਵਿੱਚ ਸਾਡਾ ਸੰਵਿਧਾਨ ਲਾਗੂ ਹੋਇਆ, ਕਮੈਂਸਮੈਂਟ ਹੋਈ ਹੈ ਨਾ, ਉਸ ਤੋਂ ਬਾਅਦ 1965 ਤੱਕ ਕਹਿੰਦੇ ਇੰਗਲਿਸ਼ ਨੂੰ ਜਿਹੜਾ ਹੈਗਾ ਇਸ ਐਕਟ ਦੇ ਅਕੋਰਡਿੰਗ, ਅਫੀਸ਼ੀਅਲ ਲੈਂਗੁਏਜ ਐਕਟ ਦੇ ਅਕੋਰਡਿੰਗ ਇਹ ਆਖਿਆ ਗਿਆ ਕਿ 1965 ਯਾਨੀ ਕਿ 25 ਜਨਵਰੀ 1965 ਤੱਕ ਜਿਹੜਾ ਹੈਗਾ ਇੰਗਲਿਸ਼ ਹੈਗੀ ਆ ਉਹਨੂੰ ਯੂਨੀਅਨ ਦੇ ਤੌਰ ਤੇ, ਜਿਹੜੇ ਅਫੀਸ਼ੀਅਲ ਯੂਨੀਅਨ ਦੇ ਵਿੱਚ ਜੋ ਵੀ ਅਫੀਸ਼ੀਅਲ ਵਰਕਸ ਹੁੰਦੇ ਨੇ ਉਹਨਾਂ ਨੂੰ ਕਰਨ ਦੇ ਲਈ ਐਸੋਸੀਏਟ ਤੌਰ ਤੇ ਵਰਤਿਆ ਜਾਊਗਾ। ਠੀਕ ਹੈ, ਤਾਂ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਇੰਗਲਿਸ਼ ਨੂੰ ਸਾਡੇ ਸੰਵਿਧਾਨ ਦੇ ਵਿੱਚ ਐਸੋਸੀਏਟ ਅਫੀਸ਼ੀਅਲ ਲੈਂਗੁਏਜ ਦਾ ਦਰਜਾ ਦਿੱਤਾ ਗਿਆ। ਠੀਕ ਹੈ, ਕਿਹੜੇ ਆਰਟੀਕਲ ਦੇ ਅਕੋਰਡਿੰਗ, 343 ਤੇ ਅਫੀਸ਼ੀਅਲ ਲੈਂਗੁਏਜ ਐਕਟ ਦੇ ਰਾਹੀਂ। ਜਿਹੜੀਆਂ ਅਫੀਸ਼ੀਅਲ ਲੈਂਗੁਏਜ ਐਕਟ ਸੀਗਾ ਬੇਟਾ, ਇਹਦੇ ਲਈ 1955 ਈਸਵੀ ਦੇ ਵਿੱਚ ਕਮੇਟੀ ਬਿਠਾਈ ਗਈ ਸੀ ਬੀਜੀ ਖੇਰ ਦੇ ਅੰਡਰ। ਠੀਕ ਹੈ, ਬੀਜੀ ਖੇਰ ਦੇ ਅੰਡਰ ਕਮੇਟੀ ਬਣਾਈ ਗਈ ਸੀ ਜਿਹਨੇ ਇਹ ਦੇਖਣਾ ਸੀਗਾ ਕਿ ਅਫੀਸ਼ੀਅਲ ਲੈਂਗੁਏजेस ਨੂੰ ਕਿਹਨੂੰ ਅਫੀਸ਼ੀਅਲ ਲੈਂਗੁਏਜ ਦਾ ਦਰਜਾ ਦੇਣਾ, ਕਿਹੜੀਆਂ ਲੈਂਗੁਏजेस ਹੋਣਗੀਆਂ ਇਸ ਚੀਜ਼ ਨੂੰ। ਠੀਕ ਹੈ, ਇਸ ਕਮੇਟੀ ਦੀ ਜਾਂਚ ਫਿਰ ਕੀਤੀ ਸੀ 1957 1957 ਦੇ ਵਿੱਚ ਗੋਬਿੰਦ ਬੱਲਭ ਪਾਂਤ ਨੇ। ਠੀਕ ਹੈ, ਬੱਲਭ ਪਾਂਤ ਕਮੇਟੀ ਨੇ ਉਸ ਤੋਂ ਬਾਅਦ ਇਹਦੀ ਜਾਂਚ ਪੜਤਾਲ ਕੀਤੀ ਕਿ ਜੋ ਵੀ ਰਿਕਮੈਂਡੇਸ਼ਨ ਬੀਜੀ ਖੇਰ ਕਮੇਟੀ ਨੇ ਅਫੀਸ਼ੀਅਲ ਲੈਂਗੁਏਜ ਨੂੰ ਲੈ ਕੇ ਦਿੱਤੀਆਂ ਹਨ ਉਹ ਮੰਨਣਯੋਗ ਆ ਜਾਂ ਨਹੀਂ ਮੰਨਣਯੋਗ। ਠੀਕ ਹੈ, ਤੇ ਇਸੇ ਦੇ ਬਿਹਾਫ ਉੱਪਰ ਹੀ ਜਿਹੜਾ ਮੌਜੂਦਾ ਹੈਗੀਆਂ ਨੇ ਸਾਡੇ ਕੋਲ 22 ਲੈਂਗੁਏजेस ਨੂੰ, ਠੀਕ ਹੈ, ਸਾਡੇ ਸੰਵਿਧਾਨ ਦੇ ਵਿੱਚ ਸ਼ਾਮਲ ਕੀਤਾ ਗਿਆ। ਠੀਕ ਹੈ ਜੀ, ਤਾਂ ਉੱਥੇ ਸਾਡੀ ਜਿਹੜੀ ਅਫੀਸ਼ੀਅਲ ਲੈਂਗੁਏਜ ਹੈਗੀ ਉਹ ਕਿਹੜੀ ਹੈਗੀ ਆ ਜੀ, ਹਿੰਦੀ, ਤੇ ਐਸੋਸੀਏਟ ਅਫੀਸ਼ੀਅਲ ਲੈਂਗੁਏਜ ਕਿਹੜੀ ਹੈਗੀ ਆ ਜੀ, ਇੰਗਲਿਸ਼, ਅਕੋਰਡਿੰਗ ਟੂ ਆਰਟੀਕਲ 343। थर्ड क्वेश्चन है जी, डील विद द डैश डील्स विद द लेवल ऑफ मीनिंग इन लैंग्वेज। ये भी मैं सब करवा चुकी हूँ बेटा, मैं तुहानू प्रैग्मेटिज्म कराया, फोनीम करवाए है ना, सिमैंटिक्स करवाए सी, सिंटैक्स करवाया सी, तो ਉਹਦੇ ਚ ਮੈਂ ਤੁਹਾਨੂੰ मीनिंग ਕਿਹਦੇ ਚ ਦੱਸਿਆ ਸੀਗਾ ਕਿ मीनिंग ਤੁਸੀਂ ਕਿਹਦੇ ਚ ਸਮਝਦੇ ਹੋ, ਸਿਮੈਂਟਿਕਸ ਦੇ ਵਿੱਚ। ਠੀਕ ਹੈ, ਸਿਮੈਂਟਿਕਸ ਦਾ ਮਤਲਬ ਹੀ ਹੁੰਦਾ ਕਿ ਜਿੰਨੀ ਇੱਕ ਲਾਈਨ ਹੈਗੀ ਆ ਤੇ ਲਾਈਨ ਦੇ ਵਿੱਚ ਜਿੰਨੇ ਵੀ ਵਰਡ ਹੈਗੇ ਨੇ ਉਹਨਾਂ ਸਾਰਿਆਂ ਦਾ मीनिंग। ठीक है, अगर मीनिंग क्लियर होगा तां वाक ਉਹ सेंटेंस ਆ ਜਿਹੜਾ ਸਹੀ ਹੋਊਗਾ। ਤਾਂ मीनिंग ਕੀ ਹੈਗਾ ਜੀ, सिमेंटिक्स। ठीक है, ਜਿਹੜੇ सिंटैक्स हैगा बेटा जो कि हैगा स्ट्रक्चर। ठीक है, पूरा ਜਿਹੜਾ फ्रेज हैगा जो वर्ड हैगे ਆ ਜਾਂ ਜਿਹੜਾ पूरा सेंटेंस हैगा ਉਹਦਾ ਕੀ स्ट्रक्चर ਆ, ਜਿਹੜਾ राइट स्ट्रक्चर ਹੋਊਗਾ। ठीक है, लाइक जिवें ਆਪਾਂ कहता कि
she is going to school, she is going to school, ठीक है। तो हुण बेटा जी ये तो नहीं ना तुसी ला सकते स्कूल गोइंग शी, गलत आ ना ये ਜਿਹੜੀ ਇਹ ਵਾਲੀ ਹੈਗੀ ਹੈ ਸਟੇਟਮੈਂਟ ਗਲਤ ਆ ਕਿਉਂਕਿ ਸਾਡਾ ਸਟਰਕਚਰ ਸਹੀ ਨਹੀਂ ਹੈ। ਸਟਰਕਚਰ ਕਿੱਥੇ ਸਹੀ ਹੈ ਜਿੱਥੇ ਸਾਡੇ ਸਬਜੈਕਟ ਹੋਵੇ ਫਿਰ ਵਰਬ ਦੀਆਂ ਫਾਰਮਸ ਹੋਣ ਹਨਾ ਜਿਹੜੀ ਵੀ ਸਾਡੀ ਹੈਲਪਿੰਗ ਵਰਬ ਆ ਫਿਰ ਜਿਹੜਾ ਲਾਸਟ ਦੇ ਉੱਪਰ ਆਬਜੈਕਟ ਹੋਵੇ ਇਸ ਤਰੀਕੇ ਨਾਲ ਪੂਰਾ ਵਾਕ ਬਣਦਾ ਇੱਕ ਸਟਰਕਚਰ ਆ ਸਾਡੇ ਵਾਕ ਬਣਾਉਣ ਦਾ। ਤਾਂ ਉਹ ਕੀ ਹੈਗਾ ਬੇਟਾ ਜੀ ਸਿੰਟੈਕਸ, ਠੀਕ ਹੈ ਜੀ। ਇਸ ਤੋਂ ਬਿਨਾ ਬੇਟਾ ਜੀ ਜਿਹੜਾ ਕੌਲੀ ਕੈਲੋਕੁਅਲ ਹੈ ਕੀ ਹੁੰਦਾ ਦੇਖੋ ਜਿਹੜੇ ਸਾਡੇ ਕੋਈ ਵੀ ਇਨਫੋਰਮਲ ਲੈਂਗੁਏਜ ਹਨਾ ਕੋਈ ਵੀ ਇੱਕ ਤਾਂ ਹੁੰਦੀ ਹੈ ਫਾਰਮਲ ਤਰੀਕੇ ਨਾਲ ਜਿਹਨੂੰ ਤੁਸੀਂ ਲਿਖਦੇ ਹੋ, ਇੱਕ ਹੁੰਦੀ ਹੈ ਇਨਫੋਰਮਲ ਲੈਂਗੁਏਜ ਜਿਹੜੀ ਅਸੀਂ ਨਾਰਮਲੀ ਬੋਲਣ ਦੇ ਵਿੱਚ ਯੂਜ਼ ਕਰਦੇ ਹਾਂ ਜਾਂ ਅਸੀਂ ਕਹਿ ਸਕਦੇ ਹਾਂ ਸਾਡੀ ਐਵਰੀਡੇ ਲੈਂਗੁਏਜ ਹਨਾ ਐਵਰੀਡੇ ਲੈਂਗੁਏਜ ਤਾਂ ਉਹਨੂੰ ਅਸੀਂ ਬੋਲਦੇ ਹੈਗੇ ਆ ਕੈਲੋਕੁਅਲ, ਠੀਕ ਹੈ ਲੈਂਗੁਏਜ। ਜਿਵੇਂ ਤੁਸੀਂ ਦੇਖੋ ਇਹ ਇੱਕ ਪੁਆਇੰਟ ਹੋਰ ਇਹ ਚ ਧਿਆਨ ਰੱਖਿਓ ਕਿ ਹਰ ਇੱਕ ਰੀਜਨ ਦੀ ਅਲੱਗ-ਅਲੱਗ ਹੋ ਸਕਦੀ ਹੈ, ਖੇਤਰ ਦੇ ਵਿੱਚ ਹਰ ਰੀਜਨ ਦੀ ਜਿਹੜੀ ਹੈਗੀ ਅਲੱਗ-ਅਲੱਗ ਤਰੀਕੇ ਦੀ ਭਾਸ਼ਾ ਹੋ ਸਕਦੀ ਹੈ। ਫॉर एग्जांपल ਜਿਵੇਂ ਆਪਾਂ ਕਹਿੰਦੇ ਆ ਆਈ ਵਾਂਟ ਲਿਖਣ ਦੇ ਵਿੱਚ ਮੈਂ ਕਹਿੰਨੀ ਆ ਆਈ ਵਾਂਟ ਸ਼ੂਜ਼ ਜਾਂ ਆਈ ਵਾਂਟ ਐਨੀਥਿੰਗ ਹਨਾ ਬਟ ਆਪਾਂ ਬੋਲਣ ਦੇ ਵਿੱਚ ਪਤਾ ਕੀ ਕਰਦੇ ਆ ਆਈ ਵਾਨਾ ਆਪਾਂ ਸਿੰਪਲ ਕਹਿ ਦਿੰਦੇ ਆ ਨਾ ਵਾਨਾ ਗੋਨਾ ਹਨਾ। ਤਾਂ ਜਿਹੜਾ ਤੁਸੀਂ ਸ਼ਾਰਟ ਜਿਹਾ ਕਰਕੇ ਬੋਲਦੇ ਹੋ ਉਹ ਤੁਹਾਡਾ ਕੈਲੋਕੁਅਲ ਆ ਯਾਨੀ ਕਿ ਇਨਫੋਰਮਲ ਲੈਂਗੁਏਜ ਜਿਹਨੂੰ ਤੁਸੀਂ ਫਾਰਮਲ ਤਰੀਕੇ ਨਾਲ ਨਹੀਂ ਵਰਤਦੇ ਨਾਰਮਲ ਗੱਲਬਾਤ ਦੇ ਲਈ ਵਰਤਦੇ ਹੋ ਤਾਂ ਉਹ ਕੀ ਹੈਗੀ ਹੈ ਜੀ ਕੈਲੋਕੁਅਲ। ਅੱਗੇ ਹੈਗੀ ਆ ਬੇਟਾ ਜੀ ਕੈਲੋਕੇਸ਼ਨ, ਠੀਕ ਹੈ ਜੀ। ਕੈਲੋਕੇਸ਼ਨ ਕੀ ਹੁੰਦਾ ਬੇਟਾ ਜੀ ਨੈਚੁਰਲ ਕੰਬੀਨੇਸ਼ਨ ਆ ਵਰਡਸ ਦਾ, ਠੀਕ ਹੈ। ਨੈਚੁਰਲ ਨੋਟਬੁੱਕ ਸਕੋਰ ਰੱਖ ਲਿਆ ਕਰੋ ਤੇ ਉਹਦੇ ਨਾਲ ਲਿਖੀ ਚੱਲਿਆ ਕਰੋ, ਠੀਕ ਹੈ। ਨੈਚੁਰਲ ਕੰਬੀਨੇਸ਼ਨ ਆਫ ਵਰਡਸ ਕਿਹੜੇ ਵਰਡ ਜੀ ਜਿਹੜੇ ਕਿ ਕਲੋਜ਼ਲੀ, ਠੀਕ ਹੈ ਕਲੋਜ਼ਲੀ ਐਫੀਲੀਏਟਡ ਹੋਣ। ਐਫੀਲੀਏਟਡ ਮਤਲਬ ਕੀ ਹੈ ਇੱਕ ਦੂਜੇ ਨੂੰ ਪੂਰਾ ਕਰਦੇ ਹੋਣ ਇੱਕ ਦੂਜੇ ਦੇ ਨਾਲ ਜੁੜੇ ਹੀ ਹੋਣ ਹਨਾ। ਜਿਵੇਂ ਤੁਸੀਂ ਦੇਖੋ ਆਪਾਂ ਕਈ ਵਰਡ ਬੋਲਦੇ ਆ ਜਿਵੇਂ ਆਪਾਂ ਕਹਿੰਦੇ ਆ ਕੀਪ ਕੁਆਇਟ ਚੁੱਪ ਰਹੋ ਹਨਾ ਇਹ ਕੱਲਾ ਤੁਸੀਂ ਕੁਆਇਟ ਨਹੀਂ ਬੋਲਦੇ ਤੁਸੀਂ ਕਹਿੰਦੇ ਹੋ ਕੀਪ ਕੁਆਇਟ ਕਿਉਂਕਿ ਇਹ ਦੋਨੋਂ ਵਰਡ ਜਿਹੜੇ ਹੈਗੇ ਨੇ ਕਲੋਜ਼ਲੀ ਐਫੀਲੀਏਟਡ ਆ ਇੱਕ ਦੂਜੇ ਨੂੰ ਕੰਪਲੀਟ ਕਰਦੇ ਇੱਕ ਕੰਬੀਨੇਸ਼ਨ ਬਣਾਉਂਦੇ ਆ ਤਾਂ ਕੀ ਹੈ ਕੈਲੋਕੇਸ਼ਨ। ਬਹੁਤ ਸਾਰੇ ਵਰਡ ਹੋ ਸਕਦੇ ਆ ਬੇਟਾ ਜਿਵੇਂ ਐਗਜ਼ਾਮਪਲ ਦੇਣੀ ਹੋਵੇ, ਠੀਕ ਹੈ ਐਗਜ਼ਾਮਪਲ ਦੇਣੀ ਹੋਵੇ ਕੈਲੋਕੇਸ਼ਨ ਦੀ ਤਾਂ ਬਹੁਤ ਸਾਰੇ ਹੋ ਸਕਦੇ ਜਿਵੇਂ ਆਪਾਂ ਕਹਿ ਦਿੰਨੇ ਹੈਗੀਆਂ ਕਿ ਪੇ ਅਟੈਂਸ਼ਨ ਹਨਾ ਪੇ ਦਾ ਅਲੱਗ ਮਤਲਬ ਹੈ ਜਦ ਤੁਸੀਂ ਪੇ ਅਟੈਂਸ਼ਨ ਕਹਿ ਦਿੰਦੇ ਉਹਦਾ ਅਲੱਗ ਮਤਲਬ ਹੈ ਤੇ ਦੋਨੋਂ ਆਪਸ ਦੇ ਵਿੱਚ ਜੁੜੇ ਹੀ ਹੋਏ ਆ ਹਨਾ। ਜਿਵੇਂ ਆਪਾਂ ਕਹਿ ਦਿੰਨੇ ਆ ਫਾਸਟ ਫੂਡ ਹਨਾ ਜਿਵੇਂ ਆਪਾਂ ਕਹਿ ਦਿੰਨੇ ਹੈਗੇ ਆ ਪੇ ਆ ਫਾਈਨ ਪੇ ਆ ਵਿਜ਼ਿਟ ਜਾਂ ਆਪਾਂ ਕਹਿ ਦਿੰਨੇ ਆ ਹੈਵ ਅ ਨਾਈਸ ਡੇ, ਠੀਕ ਹੈ ਹੈਵ ਅ ਨਾਈਸ ਡੇ ਹਨਾ। ਤੁਸੀਂ ਇਹ ਸਾਰੇ ਵਰਡ ਇੱਕ ਦੂਜੇ ਜਿਹੜੇ ਜੁੜੇ ਹੀ ਹੋਣ ਹਨਾ ਇੱਕ ਕੰਬੀਨੇਸ਼ਨ ਬਣਾਉਂਦੇ ਹੋਣ ਤਾਂ ਦੈਟ ਇਜ਼ ਅ ਕੈਲੋਕੇਸ਼ਨ, ਠੀਕ ਹੈ। ਕਈ ਵਾਰ ਬੇਟਾ ਸਿੰਪਲੀ ਫਾਸਟ ਫੂਡ ਲਿਖ ਦੇਣਗੇ ਪੁੱਛਣਗੇ ਕੀ ਆ ਤੁਹਾਡੇ ਆਪਸ਼ਨ ਦੇ ਵਿੱਚ ਹੋਗਾ ਕੈਲੋਕੇਸ਼ਨ, ਠੀਕ ਹੈ ਕਲੀਅਰ। ਤਾਂ ਐਵੇਂ ਦੀਆਂ ਚੀਜ਼ਾਂ ਤੁਹਾਨੂੰ ਕਾਮਨ ਇੰਗਲਿਸ਼ ਦੇ ਵਿੱਚ ਮਿਲਣਗੀਆਂ। ਇੰਗਲਿਸ਼ ਸਕੋਰ ਕਰਨਾ ਕੋਈ ਔਖਾ ਨਹੀਂ ਆ ਜੇਕਰ ਤੁਸੀਂ ਧਿਆਨ ਦੇ ਨਾਲ ਸਮਝਦੇ ਹੋ, ਠੀਕ ਹੈ। फोर्थ क्वेश्चन आ जी आ हिंदी स्पीकिंग टीचर gets posted in a primary school, ठीक है एक हिंदी टीचर स्कूल स्पीकिंग वाला टीचर है कि प्राइमरी स्कूल दे विच उनदी पोस्ट हुंदी है जेड़ा कि एरिया केड़े एरिया दे विच आ पंजाब दे विच आ। शी डजंट न्यू द लोकल लैंग्वेज मतलब लोकल लैंग्वेज केड़ी आ पंजाबी ते ओ टीचर नूं पंजाबी नहीं आउंदी फिर वो की करूगा वो खुद हिंदी वाला टीचर आ हिंदी मीडियम दा टीचर आ कहंदे यूज द चाइल्ड्स लैंग्वेज एज अ रिसोर्स एंड स्टार्ट टीचिंग, ठीक है। देखते हैं बाकी ऑप्शन भी। पहली का मतलब ये सीगा कि बच्चे की भाषा नूं रिसोर्स जानी कि संसाधन के तौर पर यूज करूगा एक गुड वे दे नाल यूज करूगा तो टीचिंग शुरू कर दूगा। कहते अपलाई द ट्रांसफर टू आ हिंदी स्पीकिंग एरिया हिंदी स्पीकिंग एरिया दे विच ट्रांसफर लऊगा पॉसीबल नहीं आ, ठीक है एक चंगा टीचर ही नहीं आ जिहड़ा इस चैलेंज नूं लै नहीं सकदा। मोटिवेट टू द कम्यूनिटी टू लर्न इंग्लिश एज इट इज अ ऑफिशियल लैंग्वेज, ठीक है साडी कोई नैशनल लैंग्वेज नहीं आ बेटा ऑफिशियल लैंग्वेज आ, ठीक है ऑफिशियल लैंग्वेज हिंदी आ हिंदी साडी नैशनल लैंग्वेज नहीं आ। मोटिवेट द कम्यूनिटी टू लर्न इंग्लिश कहते कम्यूनिटी नूं बदलने की कोशिश करूगा कि तुसी हिंदी पढ़ो भाई नहीं ये भी पॉसीबल नहीं आ। कम्यूनिकेशन इन इंग्लिश एज इट इज डिफिकल्ट टू हिम टू अंडरस्टैंड द लोकल डायलैक्ट, ठीक है कहते इंग्लिश के विच कम्यूनिकेट करूगा क्योंकि उहदे लई जिहड़ा लोकल डायलैक्ट हैगा उहनूं अंडरस्टैंड करना औखा। तो तिन्ने ऑप्शनां जिहड़ियां तुहानूं नॉर्मली तुसीं मेरे नाल काफ़ी क्वेश्चन सीडीपी दे कर चुके हो मैं दस चुकी हाँ कि किवें क्वेश्चन एलिमिनेट किवें ऑप्शन एलिमिनेट करनियां ने है ना। तो इन्हां सारियां चीज़ां तो सानूं साफ साफ पता हो रहा लग रहा कि ये साडे एजुकेशन दे जां जिवें असीं चाइल्ड कॉन्सैप्ट नूं चाइल्ड सेंटर एजुकेशन नूं प्रोग्रेसिव एजुकेशन नूं लैके चलदे आ उस हिसाब नाल मेल ही नहीं खांदियां। तो फिर साडे इत्थे पॉजिटिव स्टेटमेंट हैगी आ कि यूज द चाइल्ड लैंग्वेज बच्चे की भाषा नूं संसाधन के तौर पर यूज करके टीचर अपनी टीचिंग आ जिहड़ी शुरू कर दूगा बिकॉज बेटा जी साडी जिहड़ी एजुकेशन हैगी आ वो चाइल्ड सेंटर्ड आ
ठीक है, चाइल्ड सेंटर है, इस करके सारे फैसले बच्चे नूं केंद्र दे विच रख के कीते जांदे आ। While designing a working activity for a language class, a teacher should most importantly focus on, ਜਦੋਂ ਇੱਕ working मतलब activity work ਕਰਨ ਲਈ ਕੋਈ activity language ਦੇ ਨਾਲ related ਹੈ ਨਾ teacher decide ਕਰ ਰਿਹਾ ਹੈਗਾ ਤਾਂ ਕਿਹਦੇ ਉੱਪਰ ਜ਼ਿਆਦਾ focus ਕਰੂਗਾ, ਕਹਿੰਦੇ assigning a authentic piece of writing work ਦੇ ਉੱਪਰ ਕਰੂਗਾ ਜਾਂ ਫਿਰ choosing a topic from their surrounding, ਠੀਕ ਹੈ, ਆਪਣੇ ਆਲੇ ਦੁਆਲੇ ਦੇ ਵਿੱਚੋਂ, ਬੱਚਿਆਂ ਦੇ ਆਲੇ ਦੁਆਲੇ ਦੇ ਵਿੱਚੋਂ ਕੁਝ ਟੌਪਿਕ ਉਹਨੂੰ ਦਊਗਾ, giving clear instruction of for the task ਨੂੰ ਕਰਨ ਦੇ ਲਈ ਸਾਫ਼ ਸ਼ਬਦਾਂ ਦੇ ਵਿੱਚ ਜਿਹੜਾ ਹੈਗਾ ਇੰਸਟਰਕਸ਼ਨ ਦਊਗਾ, providing all the necessary vocabulary requiring the task, ਠੀਕ ਹੈ, ਟਾਸਕ ਨੂੰ ਕਰਨ ਲਈ ਜਿਹੜੀ ਵੀ ਸ਼ਬਦਾਵਲੀ vocabulary ਚਾਹੀਦੀ ਆ ਉਹ ਦੱਸੂਗਾ। ਬੇਟਾ ਹਮੇਸ਼ਾ ਹੀ ਤੁਸੀਂ ਮੇਰੇ ਨਾਲ ਪ੍ਰਿੰਸੀਪਲ ਕਰ ਚੁੱਕੇ ਹੋ ਲੈਂਗੁਏਜ ਦੇ, ਹਨਾ, ਅਸੀਂ ਕੀਤਾ ਸੀਗਾ ਪ੍ਰਿੰਸੀਪਲ ਆਫ ਐਕਸਪਲੋਰੇਸ਼ਨ ਜਾਂ ਜਿਹੜਾ ਪ੍ਰਿੰਸੀਪਲ ਆਫ ਜਿਹੜਾ ਸਾਡਾ ਆਲਾ ਦੁਆਲਾ ਹੈਗਾ এনवायरमेंट ਹੈ ਨਾ, ਤਾਂ ਅਸੀਂ ਪੜਿਆ ਸੀਗਾ ਕਿ ਇੱਕ ਬੱਚੇ ਨੂੰ ਜੋ ਆਸੇ-ਪਾਸੇ ਐਕਸਪਲੋਰੇਸ਼ਨ ਹੈਗੀ ਆ ਉਹਦੇ ਚੋਂ ਹੀ ਬੱਚਾ ਬੈਟਰ ਵੇ ਦੇ ਨਾਲ ਜਿਹੜੀ ਲੈਂਗੁਏਜ ਹੈਗੀ ਆ ਉਹਨੂੰ ਐਕਵਾਇਰ ਕਰ ਸਕਦਾ ਹੈ ਨਾ। ਤੇ ਇਸ ਕਰਕੇ ਜਦੋਂ ਵੀ ਤੁਸੀਂ ਟੀਚ ਕਰੋਗੇ, ਕੋਈ ਵੀ ਵਰਕਿੰਗ ਐਕਟੀਵਿਟੀ ਕਰੋਗੇ ਤਾਂ ਤੁਸੀਂ ਤੁਹਾਡਾ ਫੋਕਸ ਮੇਨ ਉਸ ਚੀਜ਼ ਦੇ ਵਿੱਚ ਹੋਊਗਾ, ਉਹਨਾਂ ਟੌਪਿਕਸ ਦੇ ਉੱਪਰ ਹੋਊਗਾ ਜਿਹੜੇ ਬੱਚੇ ਦੇ ਆਸੇ-ਪਾਸੇ ਹੋਣ, ਜਿਹੜੀਆਂ ਚੀਜ਼ਾਂ ਬੱਚੇ ਨੂੰ ਦੇਖਦੀਆਂ ਹੋਣ, ਜਿਨ੍ਹਾਂ ਨਾਲ ਉਹ ਡੇਲੀ ਵਿਚਰਦਾ ਹੋਵੇ, ਠੀਕ ਹੈ। ਤਾਂ ਇਸ ਕਰਕੇ ਬੇਟਾ ਤੁਸੀਂ ਚੂਜ਼ ਕਰੋਗੇ ਟੌਪਿਕ ਨੂੰ ਫਰੋਮ देयर ਸਰਾਊਂਡਿੰਗ, ਠੀਕ ਹੈ, ਆਲੇ ਦੁਆਲੇ ਦੇ ਵਿੱਚੋਂ ਜਿਹੜਾ ਹੈਗਾ ਕੋਈ ਵੀ ਟੌਪਿਕ, ਕੋਈ ਵੀ ਐਕਟੀਵਿਟੀ ਆਲੇ ਦੁਆਲੇ ਦੇ ਨਾਲ ਕੋਰਿਲੇਟ ਕਰਦੀ ਹੀ ਚੂਜ਼ ਕਰੋਗੇ ਤਾਂ ਕਿ ਬੱਚਾ ਪ੍ਰੈਕਟੀਕਲ ਵੇ ਦੇ ਨਾਲ ਲਰਨ ਕਰ ਸਕੇ ਲੈਂਗੁਏਜ। देन बेटा जी इन कंस्ट्रक्टिविस्ट क्लासरूम, कंस्ट्रक्टिविस्ट की सी, प्याजे याद आ गया होना ਤੁਹਾਨੂੰ, ਵਾਈਗੋਸਕੀ याद आ गया होना, ਤਾਂ कंस्ट्रक्टिविस्ट क्लासरूम है जिथे बच्चा एक्टिव आ, ठीक है। लर्निंग वुड मोस्ट इंपॉर्टेंटली टू बेस्ड ऑन, ਤਾਂ ਕਹਿੰਦੇ क्लासरूम ਜਿਹੜਾ कंस्ट्रक्टिविस्ट क्लासरूम आ ਉਹ लर्निंग ਦੇ ਲਈ, लैंग्वेज लर्न ਦੇ ਲਈ ਕਿਹਦੇ ਉੱਪਰ ਜ਼ਿਆਦਾ ਫੋਕਸ ਕਰੂਗਾ। ਬੇਟਾ ਜਿਵੇਂ ਮੈਂ ਬਾਰ-ਬਾਰ ਕਹਿ ਰਹੀ ਹਾਂ, CDP ਕਰ ਲਓ, ਤੁਹਾਡੀ 80% ਲੈਂਗੁਏਜ ਉੱਥੇ ਕਲੀਅਰ ਹੋ ਹੀ ਜਾਣੀ ਆ, ਸਾਰੇ ਕੁਐਸਚਨ ਤੁਹਾਨੂੰ ਮਿਲਦੇ ਜੁਲਦੇ ਹੀ ਮਿਲਣਗੇ। ਹੁਣ ਜੇ ਤੁਸੀਂ ਕੰਸਟਰਕਟਿਵਿਸਟ ਟੌਪਿਕ ਅੱਛੀ ਤਰ੍ਹਾਂ ਪੜਿਆ ਹੋਇਆ, ਤੁਹਾਨੂੰ ਸਭ ਨੂੰ ਕਲੀਅਰ ਹੋਊਗਾ। ਐਕਟਿਵ ਬੱਚਾ ਕਿੱਥੇ ਹੈ ਜੀ, ਜਿੱਥੇ ਗਰੁੱਪ ਡਿਸਕਸ਼ਨ ਹੋ ਰਹੀ ਹੈ, ਜਿੱਥੇ ਪੀਅਰ ਇੰਸਟਰਕਸ਼ਨ ਆ, ਠੀਕ ਹੈ, क्लियर, जिथे पीयर इंटरैक्शन हो रही है, ठीक है, पीयर इंटरैक्शन यानी कि आपस में बच्चे गलबात कर रहे हैं। पहला पॉइंट भी आप पढ़ लेने, केयरफुली कंप्लीटिंग द लैंग्वेज सिलेबस, सिर्फ सिलेबस कवर करना साडा फोकस कदे भी नहीं है अकॉर्डिंग टू कंस्ट्रक्टिविज्म। मिंट ऑब्जर्वेशन रिकॉर्ड ऑफ ईच अदर्स हैंड राइटिंग डेवलपमेंट, ठीक है, कहते ऑब्जर्वेशन करो ते रिकॉर्ड करो बच्चे दियां जिहड़ियां हैंड राइटिंग आ, करैक्टिंग द स्पैलिंग एरर एंड मेकिंग श्योर दैट दे आर नॉट रिपीटेड, ये देखो कि बच्चा गलतियां कर रहा हैगा तो अगे तो कदे रिपीट ना करे। बट बेटा कंस्ट्रक्टिविज्म नूं ध्यान दे विच रखदे हो तो तुहानूं साफ-साफ आंसर क्लीयर हुंदा, जिथे बच्चा एक्टिव आ, बच्चा किथे एक्टिव हैगा, जिथे वो ग्रुप दे विच डिस्कशन कर रहा, आपस विच गलबात कर रहे आ बच्चे, उत्थे ही वो बेटर लर्न करनगे अकॉर्डिंग टू कंस्ट्रक्टिविज्म, ठीक है। तो अगर तुसी कंस्ट्रक्टिविज्म क्लासरूम नूं फॉलो कर रहे हो तो फिर तुहानूं बेटा जी मेनली फोकस करना पऊगा ग्रुप डिस्कशन के उपर, पीयर इंटरैक्शन के उपर, ठीक है। इंटरैक्शन यानी कि अंतर क्रिया गलबात करवानी बच्चों की आपस दे विच। 7th क्वेश्चन है जी, विच ऑफ फॉलोइंग इज अचीव्ड एट द एज व्हेन वी हार्डली लर्न एनीथिंग, कहंदे किहड़ी चीज आ जिहड़ी असीं उस एज दे विच भी अचीव कर लैंदे आ जदों हजे बाकी चीज़ां लर्न करनियां औखियां हुंदियां। तो तुहानूं पता बेटा जी साडी माँ बोली, ठीक है, माँ बोली साडी मदर टंग, ठीक है, जां जिहनूं तुसीं कह सकदे हो तुहाडी फर्स्ट लैंगुएज, मैं फर्स्ट लैंगुएज, सैकेंड लैंगुएज, नेटिव लैंगुएज, सब चीज़ां तुहानूं करवा चुकी हां ना, फॉरन लैंगुएज सारे कंसैप्ट तुहाडे हो चुके आ। नेटिव लैंगुएज कोई भी ऑप्शन तुहाडे कोल होवे वो तुहाडा आंसर हो जूगी, ठीक है, क्योंकि बेटा जी बच्चा बोलना शुरू कर दिंदा नियर अबाउट 10 to 14 मंथ ਦੇ ਵਿੱਚ ਜਿਹੜਾ ਬੱਚਾ ਆਪਣਾ ਫਰਸਟ ਵਰਡ ਪ੍ਰੋਡਿਊਸ ਕਰ ਦਿੰਦਾ, ਆਪਾਂ ਕਹਿ ਸਕਦੇ ਹਾਂ ਕਿ 1 ਈਅਰ ਦੇ ਆਸ-ਪਾਸ ਬੱਚਾ ਜਿਹੜਾ ਹੈਗਾ ਬੋਲਣਾ ਸ਼ੁਰੂ ਕਰ ਦਿੰਦਾ, ਆਪਣੇ ਸ਼ਬਦ ਪ੍ਰੋਡਿਊਸ ਕਰਨੇ ਸ਼ੁਰੂ ਕਰ ਦਿੰਦਾ। ਇਹਦਾ ਮਤਲਬ ਉਹ ਜਿਹੜੇ ਪਹਿਲੇ ਸ਼ਬਦ ਪ੍ਰੋਡਿਊਸ ਕਰਦਾ ਨਾ ਉਸ ਭਾਸ਼ਾ ਦੇ ਵਿੱਚ ਕਰਦਾ ਜਿਹੜੀ ਉਹਦੀ ਮਾਂ ਦੀ ਭਾਸ਼ਾ ਹੁੰਦੀ ਹੈ, ਜਿਹੜੀ ਭਾਸ਼ਾ ਨੂੰ ਆਸੇ-ਪਾਸੇ ਦਿਖਦੀ ਹੈ, ਜਿਹੜੀ ਲੈਂਗੁਏਜ ਉਹਦੇ ਆਸੇ-ਪਾਸੇ ਦੀ ਹੁੰਦੀ ਹੈ, ਠੀਕ ਹੈ, ਕਲੀਅਰ। तो वो किहड़ी भाषा नूं बेटा जी सब तो पहला लर्न कर लैंदा, जे असीं इस ऑप्शन दे विच देखीए तो साडी जिहड़ी फर्स्ट लैंगुएज है, ठीक है। तो जदों बाकी चीज़ां दे लर्न करनियां हजे औखियां हुंदियां ने तो वो जिहड़ी भाषा हैगी ऑलरेडी वो लर्न कर चुका हुंदा, फर्स्ट लैंगुएज नूं ऑलरेडी लर्न कर चुका हुंदा, ठीक है जी। The way through which the art of using skill and practice is given to learn is called, ठीक है, कहंदे वो किहड़ा तरीका जिहदे च
ਜਿਹੜਾ ਆਰਟ ਦੱਸਿਆ ਜਾਂਦਾ ਹੈ ਸਕਿੱਲਸ ਨੂੰ ਯੂਜ਼ ਕਰਨ ਦਾ ਜਾਂ ਪ੍ਰੈਕਟਿਸ ਕਰਾਈ ਜਾਂਦੀ ਹੈ ਲਰਨ ਕਰਾਉਣ ਦੇ ਲਈ ਭਾਸ਼ਾ ਨੂੰ ਸਿੰਪਲੀ। ਤਾਂ ਮੈਂ ਤੁਹਾਨੂੰ ਬੇਟਾ ਲਰਨਿੰਗ ਵੀ ਕਰਾ ਚੁੱਕੀ ਹਾਂ ਹਨਾ, ਐਕੁਜੀਸ਼ਨ ਵੀ ਕਰਾ ਚੁੱਕੀ ਹਾਂ। ਮੈਂ ਦੱਸਿਆ ਸੀਗਾ ਕਿ ਲਰਨਿੰਗ ਉਹ ਆ ਜਿੱਥੇ ਤੁਸੀਂ ਇੱਕ ਫਾਰਮਲ ਵਾਤਾਵਰਨ ਦੇ ਵਿੱਚ ਜਾ ਕੇ, ਫਾਰਮਲ ਜਗ੍ਹਾ ਦੇ ਉੱਪਰ ਜਾ ਕੇ ਭਾਸ਼ਾ ਸਿੱਖਦੇ ਹੋ। ਇੱਕ ਲੈਂਗੁਏਜ ਦਾ ਟੀਚਰ ਆ, ਮੰਨ ਲਓ ਕਿ ਇੰਗਲਿਸ਼ ਲੈਂਗੁਏਜ ਤੁਸੀਂ ਸਿੱਖਦੇ ਹੋ, ਆਈਲੈਟਸ ਕਰਦੇ ਆ ਬੱਚੇ ਹਨਾ, ਤਾਂ ਤੁਸੀਂ ਇੱਕ ਸਪੈਸ਼ਲ ਜਗ੍ਹਾ ਦੇ ਉੱਪਰ ਜਾਂਦੇ ਹੋ, ਸੈਂਟਰ ਤੇ ਜਾਂਦੇ ਹੋ, ਫਿਰ ਉੱਥੇ ਇੱਕ ਟੀਚਰ ਆਉਂਦਾ, ਸਪੈਸ਼ਲ ਕਲਾਸਿਸ ਲੱਗਦੀਆਂ ਨੇ, ਤੁਸੀਂ ਉੱਥੇ ਉਹ ਭਾਸ਼ਾ ਨੂੰ ਸਿੱਖ ਰਹੇ ਹੋ, ਤਾਂ ਦੈਟ ਇਜ਼ ਅ ਲਰਨਿੰਗ। ਠੀਕ ਹੈ, ਜਦੋਂ ਤੁਹਾਨੂੰ ਸਕਿੱਲਸ ਨੂੰ ਕਿਵੇਂ ਯੂਜ਼ ਕਰਨਾ ਹੈਗਾ, ਕਿਵੇਂ ਭਾਸ਼ਾ ਦੀ ਪ੍ਰੈਕਟਿਸ ਕਰਨੀ ਹੈ ਸਿਖਾਈ ਜਾਂਦੀ ਹੈ, ਤਾਂ ਦੈਟ ਇਜ਼ ਅ ਲਰਨਿੰਗ। ਐਕੁਜੀਸ਼ਨ ਕੀ ਹੁੰਦੀ ਹੈ ਬੇਟਾ ਜੀ, ਜਿਹੜੀ ਚੀਜ਼ ਇਨਫੋਰਮਲ ਹੋਵੇ, ਜਿਵੇਂ ਤੁਸੀਂ ਘਰ ਦੇ ਵਿੱਚ ਮੰਮੀ ਨੇ ਇਹ ਨਹੀਂ ਕਿਹਾ ਬੈਠ ਤੈਨੂੰ ਮੈਂ ਭਾਸ਼ਾ ਸਿਖਾਵਾਂ, ਬੈਠ ਤੈਨੂੰ ਮੰਮੀ ਕਹਿਣਾ ਸਿਖਾਵਾਂ, ਇਹ ਨਹੀਂ ਆ। ਬੱਚੇ ਨੇ ਤੁਰਦੇ ਫਿਰਦਿਆਂ ਆਸੇ ਪਾਸੇ ਦੇਖ ਦੇਖ ਕੇ ਦਾਦਾ ਕਹਿਣਾ ਸਿੱਖ ਲਿਆ, ਮੰਮਾ ਕਹਿਣਾ ਸਿੱਖ ਲਿਆ, ਪਾਪਾ ਕਹਿਣਾ ਸਿੱਖ ਲਿਆ ਹਨਾ, ਬਹੁਤ ਸਾਰੀਆਂ ਚੀਜ਼ਾਂ ਹੌਲੀ ਹੌਲੀ ਸਾਡੇ ਬਿਨਾਂ ਦੱਸੇ ਸਿਰਫ ਦੇਖ ਦੇਖ ਕੇ ਇੱਕ ਇਨਫੋਰਮਲ ਵੇ ਦੇ ਨਾਲ ਖੁਦ ਭਾਸ਼ਾ ਨੂੰ ਗ੍ਰਹਿਣ ਕਰ ਰਿਹਾ, ਤੇ ਜਿਹੜੀ ਗ੍ਰਹਿਣ ਕਰਨਾ ਹੁੰਦੀ ਆ ਉਹ ਕੀ ਹੁੰਦੀ ਆ, ਐਕੁਜੀਸ਼ਨ। ਠੀਕ ਹੈ, ਜਿਹਦੇ ਚ ਕੁਝ ਵੀ ਰਸਮੀ ਨਹੀਂ ਆ, ਕੁਝ ਸਿਖਾਇਆ ਨਹੀਂ ਜਾਂਦਾ, ਕੋਈ ਸਕਿੱਲ ਨਹੀਂ ਸਿਖਾਈਆਂ ਜਾਂਦੀਆਂ, ਬੱਚਾ ਆਪਣੇ ਆਪ ਅਕਵਾਇਰ ਕਰਦਾ, ਦੈਟ ਇਜ਼ ਅ ਐਕੁਜੀਸ਼ਨ ਆਫ ਲੈਂਗੁਏਜ। ਲਰਨਿੰਗ ਆਫ ਲੈਂਗੁਏਜ ਕੀ ਹੈ, ਜਿੱਥੇ ਪ੍ਰੋਪਰ ਸਕਿੱਲਸ ਤੁਹਾਨੂੰ ਦੱਸੀਆਂ ਜਾਣਗੀਆਂ, ਇੱਕ ਟੀਚਰ ਹੋਊਗਾ, ਇੱਕ এনवायरमेंट ਹੋਊਗਾ। ਠੀਕ ਹੈ ਜੀ, ਇੱਥੇ ਬਾਕੀ ਜਿਹੜੀਆਂ ਆਪਸ਼ਨ ਨੇ ਮੈਂ ਉਹ ਵੀ ਕਲੀਅਰ ਕਰ ਦਿੰਨੀ ਆ। ਐਕੁਜੀਸ਼ਨ ਤੋਂ ਤੁਹਾਡੀ ਆਲਮੋਸਟ ਕਲੀਅਰ ਹੋ ਗਈ ਹੈ। ਐਰੂਡੀਸ਼ਨ ਹੁੰਦਾ ਬੇਟਾ ਜੀ ਜਿਹੜੇ ਪਰਸਨ ਨੂੰ ਬਹੁਤ ਜ਼ਿਆਦਾ ਨੌਲੇਜ ਹੋਵੇ, ਠੀਕ ਹੈ, ਬਹੁਤ ਜ਼ਿਆਦਾ ਨੌਲੇਜ ਹੋਵੇ ਕਿਸੇ ਵੀ ਚੀਜ਼ ਦੀ, ਕਿਸੇ ਵੀ ਟੌਪਿਕ ਦੀ, ਹੈ ਨਾ, ਤਾਂ ਬਹੁਤ ਹੀ ਜ਼ਿਆਦਾ ਜਿਹੜਾ ਨੌਲੇਜੇਬਲ ਪਰਸਨ ਹੁੰਦਾ ਦੈਟ ਇਜ਼ ਐਰੂਡੀਸ਼ਨ ਦੇ ਵਿੱਚ ਆਉਂਦਾ, ਜਿਹਨੂੰ ਬਹੁਤ ਜ਼ਿਆਦਾ ਨੌਲੇਜ ਹੋਵੇ। ਠੀਕ ਹੈ, ਰਿਸਾਈਟੇਸ਼ਨ ਹੁੰਦੀ ਹੈ ਬੇਟਾ ਉੱਚੀ ਉੱਚੀ, ਅਲਾਉਡ ਆਪਾਂ ਕਹਿ ਸਕਦੇ ਹਾਂ ਮੈਮਰੀ ਜਿਹੜੀ ਹੈਗੀ ਆ ਉਹਨੂੰ ਰਿਪਰੈਜ਼ੈਂਟ ਕਰਨਾ, ਉੱਚੀ ਉੱਚੀ ਬੋਲਣਾ, ਦੁਹਰਾਉਣਾ, ਰਿਪੀਟ ਕਰਨਾ। ਠੀਕ ਹੈ, ਕੁਝ ਵੀ ਤੁਸੀਂ ਦੇਖਿਆ ਹੋਣਾ, ਟੀਚਰ ਰਿਸਾਈਟ ਕਰ ਰਹੇ, ਟੀਚਰ ਬੋਲ ਰਿਹਾ ਹੁੰਦਾ, ਪਿੱਛੇ ਪਿੱਛੇ ਬੱਚੇ ਰਿਸਾਈਟ ਕਰ ਰਹੇ ਹੁੰਦੇ ਆ ਕੋਈ ਵੀ ਕਵਿਤਾ, ਕੋਈ ਵੀ ਕਹਾਣੀ, ਹੈ ਨਾ, ਤਾਂ ਦੈਟ ਇਜ਼ ਅ ਰਿਸਾਈਟੇਸ਼ਨ। नेक्स्ट क्वेश्चन आ जी, व्हेन लैंग्वेज इज लर्न नैचुरली एंड विदाउट एनी सिस्टमैटिक प्रैक्टिस। देखो जी प्रैक्टिस दे नाल सीखने हो तो हुंदी है लर्निंग, ठीक है, ते जेडी तुसी विदाउट किसी भी अटेंशन दे, विदाउट किसी भी प्रैक्टिस दे, बिना किसी भी फॉर्मल है ना नॉलेज दे सीखते हो, फॉर्मल तरीके दे बिना सीखते हो, नैचुरली ही सीख जाने हो, तो दैट इज अ एक्विजिशन। ठीक है जी, एक्विजिशन उन कहते हैं एक्विजिशन। क्लियर, ये एक्विजिशन ते लर्निंग दोनों चीज़ां तुहानूं क्लीयर होनियां चाहिए अच्छी तरह। नेक्स्ट हैगा बेटा जी, state which is not true in the context of learning and acquisition। learning and acquisition दोनों चीज़ां मैं तुहानूं बहुत अच्छी तरह करा चुकी हां क्लास दे विच भी। acquisition नेचुरल प्रोसैस आ, बिल्कुल सही है। इन्होंने पूछा किहड़ा गलत है ये दसो। लर्निंग इज अ कॉन्टीन्यूअस प्रोसैस, बिल्कुल सही है। लर्निंग ਜਦੋਂ ਤੋਂ ਬੱਚਾ ਜਨਮ ਲੈਂਦਾ ਉਦੋਂ ਸ਼ੁਰੂ ਹੁੰਦੀ ਹੈ, ਟਿਲ ਡੈਥ ਜਿਹੜੀ ਹੈਗੀ ਆ ਕੰਟੀਨਿਊ ਰਹਿੰਦੀ ਹੈ। ਲਰਨਿੰਗ ਰਿਜ਼ਲਟ ਇਨ ਸਬਜੈਕਟ ਪ੍ਰੋਫੀਸ਼ੀਐਂਸੀ ਲਿਆ ਦਿੰਦੀ ਹੈ, ਤੁਹਾਨੂੰ ਬਹੁਤ ਬ੍ਰਿਲੀਅੰਟ ਕਰ ਦਿੰਦੀ ਆ। ਅਗਰ ਤੁਸੀਂ ਜਿਵੇਂ ਲਾਈਕ ਬੇਟਾ ਭਾਸ਼ਾ ਲੈਂਗੁਏਜ ਵੀ ਆ, ਮੰਨ ਲਓ ਕਿ ਸਾਡੀ ਲੈਂਗੁਏਜ ਪੰਜਾਬੀ ਆ ਨਾ, ਅਸੀਂ ਪੰਜਾਬ ਦੇ ਵਿੱਚ ਰਹਿੰਦੇ ਆ, ਸਾਡੀ ਮਦਰ ਟੰਗ ਹੈਗੀ ਆ ਪੰਜਾਬੀ, ਤੁਸੀਂ ਘਰ ਦੇ ਵਿੱਚ ਹੀ ਭਾਸ਼ਾ ਨੂੰ ਬੋਲਣਾ ਸਿੱਖ ਜਾਂਦੇ ਹੋ, ਬਟ ਉਹਦੇ ਚ ਪ੍ਰੋਫੀਸ਼ੀਐਂਸੀ ਤੁਸੀਂ ਲਰਨਿੰਗ ਦੇ ਨਾਲ ਲੈਂਦੇ ਹੋ। ਕਿਵੇਂ ਲਰਨ ਕਰਦੇ ਹੋ, ਸਕੂਲ ਦੇ ਵਿੱਚ ਜਾਂਦੇ ਹੋ, ਸਕੂਲ ਦੇ ਵਿੱਚ ਫਿਰ ਤੁਹਾਨੂੰ ਪੰਜਾਬੀ ਲਿਖਣੀ ਦੱਸੀ ਜਾਂਦੀ ਆ, ਹਨਾ, ਪੰਜਾਬੀ ਪੜ੍ਹਨੀ ਦੱਸੀ ਜਾਂਦੀ ਆ, ਮਤਲਬ ਪੰਜਾਬੀ ਦੀਆਂ ਵੀ ਸਾਰੀਆਂ ਜਿਹੜੀਆਂ ਸਕਿੱਲਸ ਹੈਗੀਆਂ ਨੇ, ਕੌਸ਼ਲ ਹੈਗੇ ਨੇ, ਬੱਚਾ ਕਿੱਥੇ ਜਾ ਕੇ ਲਰਨ ਕਰਦਾ ਹੈਗਾ ਜੀ, ਸਕੂਲ ਦੇ ਵਿੱਚ ਫਾਰਮਲ ਵੇ ਦੇ ਨਾਲ। ਤੇ ਅਗਰ ਤੁਸੀਂ ਫਾਰਮਲ ਵੇ ਦੇ ਨਾਲ ਕੁਝ ਵੀ ਲਰਨ ਕਰ ਰਹੇ ਹੋ ਤਾਂ ਦੈਟ ਇਜ਼ ਅ ਲਰਨਿੰਗ। ਠੀਕ ਹੈ, ਲਰਨਿੰਗ ਤੇ ਇਹਦਾ ਮਤਲਬ ਜਿਵੇਂ ਜਿਵੇਂ ਜੇ ਤੁਸੀਂ ਕਿਸੇ ਵੀ ਸਬਜੈਕਟ ਦੇ ਵਿੱਚ ਪ੍ਰੋਫੀਸ਼ੀਐਂਸੀ ਲੈ ਕੇ ਆਉਣੀ ਆ ਫਿਰ ਤੁਹਾਨੂੰ ਲਰਨਿੰਗ ਕਰਨੀ ਪਊਗੀ। ਠੀਕ ਹੈ, ਇਹ ਵੀ ਸਹੀ ਆ। ਦੈਨ ਕਹਿੰਦੇ ਐਕੁਜੀਸ਼ਨ ਜਿਹੜੀ ਆ ਨਾ ਫਾਰਮਲ ਆ, ਬਿਲਕੁਲ ਗਲਤ ਹੈ, ਬਾਰ-ਬਾਰ ਕਹਿ ਰਹੀ ਆ। ਲਰਨਿੰਗ ਆਫ ਲੈਂਗੁਏਜ ਆ ਜਿਹੜਾ ਇਹ ਫਾਰਮਲ ਆ, ਰਸਮੀ ਤੌਰ ਤੇ ਤੁਸੀਂ ਸਿੱਖਦੇ ਹੋ ਜਦੋਂ ਭਾਸ਼ਾ ਨੂੰ ਸਕੂਲ ਦੇ ਵਿੱਚ ਜਾ ਕੇ ਕਿਸੇ ਟੀਚਰ ਤੋਂ, ਲਰਨਿੰਗ ਆ। ਐਕੁਜੀਸ਼ਨ ਇਨਫਾਰਮਲ ਆ, ਠੀਕ ਹੈ, ਇਨਫਾਰਮਲ ਆ, ਬਿਨਾ ਕਿਸੇ ਟੈਨਸ਼ਨ ਦੇ ਤੁਸੀਂ ਲਰਨ ਕਰਦੇ ਹੋ। ਤੇ ਇਹ ਪੁੱਛਿਆ ਸੀਗਾ ਕਿ ਐਕੋਜੀ ਲਰਨਿੰਗ ਤੇ ਐਕੁਜੀਸ਼ਨ ਨੂੰ ਲੈ ਕੇ ਕਿਹੜਾ ਗਲਤ ਆ, ਤੇ ਐਕੁਜੀਸ਼ਨ ਇਜ਼ ਫਾਰਮਲ, ਇਹ ਗਲਤ ਆ ਕਿਉਂਕਿ ਐਕੁਜੀਸ਼ਨ ਆ ਜਿਹੜੀ ਉਹ ਹਮੇਸ਼ਾ ਇਨਫਾਰਮਲ ਹੁੰਦੀ ਹੈ। नेक्स्ट क्वेश्चन है जी, द एक्वायर्ड सिस्टम और एक्विजिशन ऑफ लैंग्वेज इज द। ठीक है, एक्वायर्ड सिस्टम ਦਾ ਜਿਹੜੀ ਐਕੁਜੀਸ਼ਨ ਹੈਗੀ ਆ ਭਾਸ਼ਾ ਨੂੰ ਗ੍ਰਹਿਣ ਕਰਦੇ ਹੋ, ਕਾਹਤੋਂ ਕਰਦੇ ਹੋ। ਦੇਖੋ ਜਿਹੜੀ ਲਰਨਿੰਗ ਹੁੰਦੀ ਆ ਬੇਟਾ ਜੀ, ਮੈਂ ਦੱਸਿਆ ਕਿ ਆਪਣੇ ਆਪ ਸੌਰੀ ਫਾਰਮਲ ਵੇ ਦੇ ਨਾਲ ਤੁਸੀਂ ਸਿੱਖਦੇ ਹੋ। ਅਗਰ ਤੁਸੀਂ ਫਾਰਮਲ ਵੇ ਦੇ ਨਾਲ ਸੋਚ ਕੇ ਜਾਂਦੇ ਹੋ ਕਿ ਮੈਂ ਸਿੱਖਣਾ, ਤਾਂ ਫਿਰ ਤੁਹਾਡਾ ਕੌਨਸ਼ੀਅਸ ਹੋ ਤੁਸੀਂ, ਹੈ ਨਾ, ਚੇਤਨ ਐਕਟਿਵ ਹੋ ਕੇ ਬੈਠੇ ਹੋ। ਬੇਟਾ ਹੁਣ ਤੁਹਾਨੂੰ ਫਰਾਇਡ ਦੀ ਥਿਊਰੀ ਯਾਦ ਆ ਜਾਣੀ ਚਾਹੀਦੀ ਹੈ ਇੱਥੇ।
फ्राइड ने गल की सी कॉन्शियस माइंड की, ठीक है, सबकॉन्शियस माइंड की एंड अनकॉन्शियस माइंड की, ठीक है। तो इतने अनकॉन्शियस तो है ही नहीं, तो वैसे ही क्लीयर हो जाना चाहिए कि अक्वायर्ड जिहड़ा हैगा सबकॉन्शियस प्रोसैस आ, ਤੁਹਾਨੂੰ पता नहीं हुंदा, एक बच्चे ਨੂੰ भी पता नहीं हुंदा कि वो सिख रहा है ना। ਤੁਹਾਨੂੰ ਇੱਥੇ ਚਮਸਕੀ ਦੀ ਥਿਊਰੀ ਵੀ ਯਾਦ ਆ ਜਾਣੀ ਚਾਹੀਦੀ ਸੀ, ठीक है, जिन्हें एलएडी की गल की सी। एलएडी की सी बेटा जी, लैंग्वेज एक्विजिशन डिवाइस, है ना, याद आ गई, ठीक है। अगर नहीं आई तो ध्यान नाल क्लासेस नूं देखो। तो चमस्की ने कहा सीगा कि एलएडी हुंदी है जिहदे च बच्चा अपने आप जिहड़ी हैगी है लैंग्वेज नूं एक्वायर करदा, क्योंकि उहदे दिमाग दा स्ट्रक्चर इस तरीके नाल आ कि उहदा सबकॉन्शियस जिहड़ा माइंड हैगा ऑलरेडी वर्क कर रहा हैगा भाषा नूं लर्न करन दे लई। इस तो बिना उहने एक ब्रोका एरिया बारे दस्सिया सी, एक वर्निक एरिया बारे दस्सिया सी, जिहदे च इह कहा सीगा कि ब्रोका एरिया दे विच भाषा जिहड़ी हैगी ਉਹ सिर्फ तुसीं रिसीव करदे हो, ठीक है। ਉਹਦੇ ਜਿਹੜੇ मतलब हैगे आ भाषा दे लैंग्वेज दे, ਉਹ ਕਿੱਥੇ ਸਿੱਖਦੇ ਹੋ बेटा जी, वर्निक एरिया दे विच, ठीक है। मैं क्या चमस्की, चलो मैं ये क्या एक्वायर्ड, ਜਦੋਂ मैं क्या एक्वायर्ड ਤਾਂ ਤੁਸੀਂ ਉਹਨੂੰ ਸਿਰਫ ਸੁਣਿਆ, ਉਹ ਕੀ ਸੀਗਾ ਬਰੋਕਾ ਏਰੀਆ ਦੇ ਵਿੱਚ। ਫਿਰ ਤੁਸੀਂ ਉਹਦਾ ਹੌਲੀ ਹੌਲੀ ਮਤਲਬ ਸਮਝਿਆ ਕਿ ਮੈਡਮ ਨੇ ਇਹ ਕਿਹਾ ਕਿ एक्वायर्ड ਕੀ ਆ, ਜਿਹੜਾ ਇਨਫੋਰਮਲ ਤਰੀਕੇ ਨਾਲ ਤੁਸੀਂ ਲਰਨ ਕਰ ਰਹੇ ਹੋ। ਤਾਂ ਉਹ ਜਿਹੜਾ ਤੁਸੀਂ मीनिंग ਸਮਝਿਆ, ਕਿੱਥੇ ਸਮਝਿਆ, ਵਰਨਿਕ ਦੇ ਵਿੱਚ। ਇਹ ਸਾਰੀ ਗੱਲ ਚਮਸਕੀ ਨੇ ਕੀਤੀ ਆ। ਤੇ ਸਾਰੀ ਪ੍ਰੋਸੈਸ ਕਿੱਥੇ ਹੁੰਦੀ ਹੈ ਜੀ, सबकॉन्शियस, ठीक है। सबकॉन्शियस ਆ, ਤੁਹਾਨੂੰ ਨਹੀਂ ਪਤਾ ਤੁਸੀਂ ਲਰਨ ਕਰ ਰਹੇ ਹੋ, ਤੁਸੀਂ ਸੌਰੀ ਤੁਹਾਨੂੰ ਨਹੀਂ ਪਤਾ ਕਿ ਤੁਸੀਂ एक्वायर कर रहे हो, ਸਿੱਖ ਰਹੇ ਹੋ ਭਾਸ਼ਾ ਨੂੰ, ਬਟ ਭਾਸ਼ਾ ਤੁਹਾਨੂੰ ਲੈਂਗੁਏਜ ਆਲਰੇਡੀ ਆ ਰਹੀ ਹੈ, ਤਾਂ ਇਹਦਾ ਮਤਲਬ ਇਹ सबकॉन्शियस ਮਾਈਂਡ ਦੇ ਵਿੱਚ ਚੱਲ ਰਿਹਾ। 12th क्वेश्चन है जी अपने कोल, फ्रॉम द गिवन फैक्टर विच वन मे नॉट अफेक्ट लर्निंग आउटकम। लर्निंग आउटकम नू, लर्निंग नतीजियां नू, ठीक है, किहड़ी चीज प्रभावित नहीं करती। देखो लर्निंग नू बच्चे दी मोटिवेशन ते इंटरस्ट प्रभावित करता। बिल्कुल एक बच्चा उन्ना चिर नहीं पढ़ सकता जिन्ना चिर वो पढ़न दे लई रेडी नहीं हैगा। लॉ ऑफ रेडीनेस याद आ जाना चाहिए तुहानू। लॉ ऑफ रेडीनेस मैं बार बार कह रही हां, अंटिल तुहाडी सीडीपी क्लीयर नहीं आ, चाइल्ड डिवेलपमेंट क्लीयर नहीं आ, तुसीं किसी लैंगुएज का पैडागोजी अटैम्प्ट नहीं कर सकते। स्ट्रक्चर एंड साइज ऑफ क्लासरूम, क्लास का जिहड़ा स्ट्रक्चर हैगा, साइज हैगा, जानी कि तुहाडा इन्वायरमेंट, ठीक है, एक्सप्लोरेशन, प्रिंसिपल ऑफ एक्सप्लोरेशन, तुहाडा जिहड़ा हैगा इन्वायरमेंट, ठीक है, इन्वायरमेंट बहुत मैटर करता जी, ठीक है, लर्निंग नू। देन बेटा जी टीचर दी पर्सनैलिटी, टीचर दा एटीट्यूड, टीचर किवें दा हैगा, वो किवें टीच कर रहा हैगा, उहदे मैथड्स की ने, सारियां चीज़ां प्रभावित करदियां ने। जिहड़ी चीज़ नहीं प्रभावित करदी दैट इज द पेरेंट्स इनकम एंड स्टेटस। एक क्लास दे विच अलग-अलग तरह दे अलग-अलग स्टेटस दे बच्चे हुंदे आ, ते उन्हां दी जिहड़ी इनकम, उन्हां दा स्टेटस हैगा, बहुत माइनर लर्निंग नू इफेक्ट कर सकदा। मेन माइनर जिहड़े अफेक्टिव जां आपां की फैक्टर हैगे आ जिहड़े लर्निंग नू प्रभावित करदे, उन्हां दे विच इनकम ते आउटकम नू शामिल, इनकम ते स्टेटस नू असीं शामिल नहीं करदे। बहुत लो फैमिलीज दे जिहड़े बच्चे हैगे आ, वो भी बहुत इंटैलीजेंट हो सकदे आ ते बहुत ज़्यादा गुड इनकम जां बहुत ज़्यादा एवरेज इनकम वाले कई बार जिहड़े बच्चे हुंदे आ, वो भी इन्ने ब्रिलियंट नहीं हुंदे। ਇਹਦਾ मतलब की आ कि पेरेंट्स ਦੀ ਜਿਹੜੀ सोर्सेस हैगे ने ਉਹ प्रभावित नहीं करदे साडी लर्निंग आउटकम। 13 क्वेश्चन हैगा जी, लर्निंग इज लर्निंग आ लैंग्वेज इज आ, ਤਾਂ ਕਹਿੰਦੇ लर्न करना लैंग्वेज ਨੂੰ ਕੀ ਹੈ ਜੀ, ग्रेजुअल प्रोसैस, ठीक है, बहुत हौली हौली ਹੁੰਦੀ ਹੈ। ਜਿਵੇਂ ਕਿ ਗੇਟਸ ਨੇ ਕਿਹਾ ਸੀਗਾ ਕਿ ਲਰਨਿੰਗ ਇਜ਼ ਅ ਚੇਂਜ ਇਨ ਬਿਹੇਵੀਅਰ ਥਰੂ ਐਕਸਪੀਰੀਐਂਸਿਸ, ਠੀਕ ਹੈ, ਐਕਸਪੀਰੀਐਂਸਿਸ ਦੇ ਰਾਹੀਂ ਜਿਵੇਂ ਜਿਵੇਂ ਤੁਹਾਨੂੰ ਐਕਸਪੀਰੀਐਂਸਿਸ ਆ ਰਹੇ ਨੇ ਉਸੇ ਤਰੀਕੇ ਨਾਲ ਤੁਸੀਂ ਲਰਨ ਕਰ ਰਹੇ ਹੋ, ਠੀਕ ਹੈ। ਇੱਕੋ ਦਮ ਤਾਂ ਨਹੀਂ ਨਾ ਹੁੰਦਾ। ਤੁਸੀਂ ਦੇਖੋ ਮੈਂ ਬਾਰ-ਬਾਰ ਕਹਿ ਰਹੀ ਹਾਂ, ਤੁਸੀਂ ਸਕੂਲ ਦੇ ਵਿੱਚ ਜਾਂਦੇ ਹੋ, ਇੰਗਲਿਸ਼ ਤੁਹਾਨੂੰ ਲੱਗਦੀ ਆ, ਪਹਿਲੇ ਦਿਨ ਹੀ ਤੁਸੀਂ ਇੰਗਲਿਸ਼ ਨਹੀਂ ਸਿੱਖ ਜਾਂਦੇ। ਪਹਿਲਾਂ ਟੀਚਰ ਤੁਹਾਨੂੰ ਲਾਈਨਾਂ ਮਾਰਨੀਆਂ ਦੱਸਦਾ ਜੀ, ਇਹ ਸਲੈਂਟਿੰਗ ਲਾਈਨਸ ਨੇ, ਇਹ ਸਲੀਪਿੰਗ ਲਾਈਨਸ ਨੇ, ਇਹ ਸਟੈਂਡਿੰਗ ਲਾਈਨਸ ਨੇ, ਫਿਰ ਹੌਲੀ ਹੌਲੀ ਇਹਨਾਂ ਲਾਈਨਾਂ ਨੂੰ ਜੋੜ ਕੇ ਇਹ ਲਿਖਣੀ ਦੱਸੀ, ਫਿਰ ਬੀ ਦੱਸੀ, ਫਿਰ ਇਹਨਾਂ ਤੋਂ ਦੇ ਫਨੀਮਸ ਦੱਸੇ, ਧੁਨੀਆਂ ਦਸੀਆਂ, ਫਿਰ ਵਰਡਸ ਦੱਸੇ, ਹੈ ਨਾ, ਮੈਟਾਫੋਰਸ ਦੱਸੇ, ਫਿਰ ਹੌਲੀ ਹੌਲੀ ਤੁਸੀਂ ਪ੍ਰੈਗਮੈਟਿਜ਼ਮ ਤੱਕ ਗਏ। ਤੇ ਅੱਜ ਜਿੱਥੇ ਤੁਸੀਂ ਹੋ ਉੱਥੋਂ ਤੱਕ ਪਹੁੰਚਣ ਦੇ ਲਈ, ਲੈਂਗੁਏਜ ਨੂੰ ਲਰਨ ਕਰਨ ਦੇ ਲਈ ਤੁਹਾਨੂੰ ਬੜਾ ਹੀ ਲੰਬਾ ਟਾਈਮ ਲੱਗਾ, ठीक है। तो इस करके लैंग्वेज लर्निंग इज अ ग्रेजुअल प्रोसेस, ठीक है, बहुत स्लोली चलन वाली, सूथ चलन वाली एक प्रोसेस है। 14 क्वेश्चन है जी अपने को, अ टीचर इज एक्सप्लेनिंग अ न्यू कॉन्सेप्ट इन द क्लास, ठीक है, एक टीचर ने नवा कॉन्सेप्ट दसिया क्लास दे विच। श्रेया नो द मीनिंग ऑफ डिफिकल्ट वर्ड्स एंड कॉन्सेप्ट। रिया जिहड़ी हैगी है, श्रेया हैगी आ, ਉਹ बेटा जी ਜਿਹੜੇ डिफिकल्ट वर्ड्स हैगे ने, कॉन्सेप्ट हैगे ने, उन्हां दे मीनिंग जानदी आ। शी आल्सो अंडरस्टैंड द कॉन्सेप्ट विदाउट
एनी डिफिकल्टी। ठीक है, तो बिना किसी डिफिकल्टी दे इन्हां चीज़ां नूं समझ रही है, इस कॉन्सैप्ट नूं समझ रही है, तो शी इज गुड इन, तां कहंदे हो काहदे च गुड हैगी आ, तो कोग्निटिव एबिलिटीज दे विच गुड आ, क्योंकि कंसैप्ट समझ रही है। कॉन्सैप्ट काहदे च आउंदा सी बेटा जी, अगेन मैं बार बार कह रही हां CDP करो। ठीक है, ਤੁਹਾਨੂੰ मैं डेवलपमेंट के कॉन्सैप्ट ਦੇ ਵਿੱਚ करवाया, पता नहीं मैं कॉन्सैप्ट वाला तो क्वेश्चन ही बहुत बार पा चुकी हूं कि इंटैलीजेंस हो गया, कंसैप्ट हो गया, लॉजिक हो गया, है ना, मैमोरी होगी, थिंकिंग होगी, जर्नलाइजेशन हो गया, डिफरेंशिएशन हो गया, ये सारिया चीज़ां तुहाडियां कोग्निटिव एबिलिटीज दे विच आउंदियां ने, तो वो अंडरस्टैंड कर रही है हर एक कॉन्सैप्ट नूं विदाउट एनी डिफिकल्टी, तो शी इज द गुड इन कोग्निटिव एबिलिटीज। ठीक है, कोग्निटिव एबिलिटीज दे विचों गुड आ। तन देखो न्यू कॉन्सैप्ट तो ही कॉन्सैप्ट तो तुहानूं क्लीयर हो जाना चाहिए, बाकी उलझाउण लई इन्हां ने एडी वड्डी स्टेटमेंट दित्ती है। ठीक है, 15th क्वेश्चन है जी, द टर्म सैकेंड लैंग्वेज रेफर्स टू, मैं तुहानूं फर्स्ट लैंग्वेज करवाई सी क्लास दे विच, सैकेंड लैंग्वेज भी करवाती सी, है ना, किहड़ी हुंदी आ, फर्स्ट लैंग्वेज सीगी साडी मदर टंग। ठीक है, साडी नेटिव लैंग्वेज, ठीक है, जिहड़ी जिथे तुसीं रहंदे हो तुहाडे आले दुआले दी भाषा, ते सैकेंड लैंग्वेज जिहड़ी कोई होर होवे, लाइक इंग्लिश तुहाडे लई सैकेंड लैंग्वेज हो सकदी है, किसी होर खेतर दी भाषा तुहाडे लई सैकेंड लैंग्वेज हो सकदी है ना। तो सैकेंड लैंग्वेज की है, कहंदे वंस नेटिव लैंग्वेज नहीं, नेटिव लैंग्वेज तां साडी लोकल भाषा, रीजनल लैंग्वेज नहीं, साडी पंजाब दी भाषा साडे लई सैकेंड लैंग्वेज नहीं हैगी अदर दैन द नेटिव। ठीक है, तां साडी नेटिव तो बाहरली जो भी भाषा होगी, ठीक है, साडी पंजाबी तो बाहरली भाषा बेशक वो इंग्लिश आ, बेशक वो कोई भी भाषा हैगी आ, मलयालम आ, तमिल आ, इंग्लिश आ, फ्रेंच आ, वो सारियां भाषावां साडे लई सैकेंड लैंग्वेज होणगियां। ठीक है, जो कि नेटिव दे विच तुहाडी मदर टंग आ सकदी है, तुहाडी जिहड़ी लोकल लैंग्वेज आ सकदी है। क्लीयर, तो होप तुहानूं ये क्वेश्चन क्लीयर होणगे। इस तो बिना तुहानूं डेली कॉम्प्रीहेंशन पाया जांदा ते ਉਹ ਕੰਪਰੀਹੈਂਸ਼ਨ ਤੁਸੀਂ ਆਪਣੇ ਬੇਸ ਦੇ ਉੱਪਰ ਅਟੈਂਪਟ ਕਰਨ ਦੀ ਕੋਸ਼ਿਸ਼ ਕਰਿਆ ਕਰੋ। ਕੰਪਰੀਹੈਂਸ਼ਨ ਤੁਹਾਡੀ ਪ੍ਰੈਕਟਿਸ ਦੇ ਉੱਪਰ ਹੀ ਡਿਪੈਂਡ ਕਰੂਗਾ ਬੇਟਾ, ਵੱਧ ਤੋਂ ਵੱਧ ਕੰਪਰੀਹੈਂਸ਼ਨ डेली ਜਿਹੜਾ ਹੈ ਕੋਸ਼ਿਸ਼ ਕਰਿਆ ਕਰੋ ਕਿ ਇੱਕ ਕੰਪਰੀਹੈਂਸ਼ਨ ਨੂੰ ਸੋਲਵ ਕਰੋ। ਅਗਰ ਉਹਨਾਂ ਕੰਪਰੀਹੈਂਸ਼ਨ ਨੂੰ ਸੋਲਵ ਕਰੋਗੇ ਤਾਂ ਤੁਹਾਡੀ ਪ੍ਰੈਕਟਿਸ ਦੇ ਉੱਪਰ ਈਜ਼ੀਲੀ ਸੋਲਵ ਹੋਣ ਲੱਗ ਜਾਣਗੇ। ਠੀਕ ਹੈ, ਸੋ ਮਿਲਦੇ ਹਾਂ ਜੀ ਨੈਕਸਟ ਕਲਾਸ ਦੇ ਵਿੱਚ। ਅਗਰ ਵੀਡੀਓ ਹੈਲਪਫੁਲ ਹੋ ਰਹੀਆਂ ਨੇ ਤਾਂ ਵੱਧ ਤੋਂ ਵੱਧ ਚੈਨਲ ਨੂੰ ਸ਼ੇਅਰ ਕਰੋ, ਸਬਸਕ੍ਰਾਈਬ ਕਰੋ, ਵੀਡੀਓ ਲਾਈਕ ਜ਼ਰੂਰ ਕਰੋ। ਥੈਂਕ ਯੂ ਸੋ ਮਚ।